ਅਕੈਡਮੀ ਦੇ ਆਨਲਾਈਨ ਪਲੇਟਫਾਰਮ ਦੇ ਉੱਪਰ ਤੁਹਾਡਾ ਸਵਾਗਤ ਹੈ। ਅੱਜ ਦੀ ਕਲਾਸ ਦੇ ਵਿੱਚ ਅਸੀਂ ਪੋਲਿਟੀ ਦਾ ਬਹੁਤ ਹੀ ਇੰਪੋਰਟੈਂਟ ਟੌਪਿਕ ਇਲੈਕਸ਼ਨ ਪ੍ਰੋਸੀਜਰ, ਠੀਕ ਹੈ ਜੀ, ਯਾਨੀ ਕਿ ਚੋਣ ਪ੍ਰਕਿਰਿਆ ਪ੍ਰੋਪਰ ਜੋ ਤੁਹਾਡਾ ਟੌਪਿਕ ਹੈ ਪੋਲਿਟੀ ਦਾ, ਉਹਦੇ ਨਾਲ ਰਿਲੇਟਡ ਅਸੀਂ MCQ ਡਿਸਕਸ ਕਰਾਂਗੇ। ਜਦੋਂ ਵੀ ਬੇਟਾ ਟੌਪਿਕ ਆਉਂਦਾ ਤੇ ਇਹਦੇ ਵਿੱਚ ਪੂਰਾ ਪ੍ਰੋਸੀਜਰ, ਪੂਰੇ ਪ੍ਰੋਸੀਜਰ ਦਾ ਮਤਲਬ ਕੀ ਹੈਗਾ ਕਿ ਇਲੈਕਸ਼ਨਾਂ ਦੀ ਜਿਹੜੀ ਹੈਗੀ ਆਪਾਂ ਕਹਿ ਦਈਏ ਕਨਸਟੀਟਿਊਂਸੀਜ਼ ਨਿਸ਼ਚਿਤ ਕਰਨ ਤੋਂ ਲੈ ਕੇ ਇਲੈਕਸ਼ਨ ਜਿਹੜੇ ਹੈਗੇ ਆ ਉਹ ਘੋਸ਼ਣਾ ਕਰਨਾ, ਉਹਨਾਂ ਦੀ ਮਿਤੀ ਘੋਸ਼ਿਤ ਕਰਨਾ, ਹਨਾ, ਪੂਰਾ ਚੁਣਨਾ, ਨਾਮਜ਼ਦਗੀ ਪੱਤਰ ਭਰਨਾ ਤੇ ਅੰਤ ਦੇ ਵਿੱਚ ਜਿਹੜਾ ਹੈਗਾ ਪੂਰੇ ਵੋਟਾਂ ਵਗੈਰਾ ਦੀ ਗਿਣਤੀ ਕਰਕੇ ਜਿਹੜੀ ਇੱਕ ਫਾਈਨਲ ਸਰਕਾਰ ਬਣ ਜਾਂਦੀ ਹੈਗੀ ਆ, ਹਨਾ, ਉਹ ਸਾਰੀ ਚੀਜ਼ ਨੂੰ ਅਸੀਂ ਕੀ ਆਖਦੇ ਹੈਗੇ ਆ, ਇਲੈਕਸ਼ਨ ਪ੍ਰੋਸੀਜਰ। ਤਾਂ ਪਹਿਲੇ ਸਟੈਪ ਤੋਂ ਲੈ ਕੇ ਆਖਰ ਤੱਕ ਜੋ ਇੱਕ ਚੋਣ ਪ੍ਰਕਿਰਿਆ ਹੁੰਦੀ ਹੈਗੀ ਆ, ਹਨਾ, ਜਿਹਦਾ ਮੇਨ ਜ਼ਿੰਮੇਵਾਰ ਮੰਨਿਆ ਜਾਂਦਾ ਹੈਗਾ ਇਲੈਕਸ਼ਨ ਕਮਿਸ਼ਨ ਨੂੰ ਕੇਂਦਰ ਦੇ ਵਿੱਚ ਤੇ ਰਾਜ ਦੀਆਂ ਜਿਹੜੀਆਂ ਵਿਧਾਨ ਸਭਾਵਾਂ ਹੈਗੀਆਂ ਉਹਨਾਂ ਦੇ ਇਲੈਕਸ਼ਨਾਂ ਦੇ ਲਈ, ਤੇ ਲੋਕਲ ਲੈਵਲ ਦੇ ਉੱਪਰ ਜਿਹੜਾ ਹੈਗਾ ਰਾਜ ਦੇ ਚੋਣ ਆਯੋਗ ਨੂੰ ਇਹਦੇ ਲਈ ਅਸੀਂ ਜ਼ਿੰਮੇਵਾਰ ਕੰਸੀਡਰ ਕਰ ਦਿੰਦੇ ਹਾਂ। ਤਾਂ ਇਸ ਕਰਕੇ ਜਦੋਂ ਵੀ ਇਲੈਕਸ਼ਨ ਪ੍ਰੋਸੀਜਰ ਦੀ ਗੱਲ ਹੁੰਦੀ ਆ ਤਾਂ ਪ੍ਰੋਸੀਜਰ ਦੇ ਨਾਲ ਜਿਵੇਂ ਮੈਂ ਤੁਹਾਨੂੰ ਮੇਰੀਆਂ ਥਿਊਰੀ ਕਲਾਸਿਸ ਦੇ ਵਿੱਚ ਕਰਵਾਇਆ ਹੋਇਆ ਪੂਰਾ ਇਲੈਕਸ਼ਨ ਪ੍ਰੋਸੀਜਰ, ਹਨਾ, ਜਿਹਦੇ ਚ ਅਸੀਂ ਚੋਣ ਖੇਤਰ ਨਿਸ਼ਚਿਤ ਕਰਨ ਤੋਂ ਲੈ ਕੇ, ਜਾਨੀ ਕਿ ਆਪਾਂ ਕਹਿ ਦਈਏ ਜਿਹੜੀਆਂ ਕਨਸਟੀਟਿਊਂਸੀਜ਼ ਨੇ ਉਹ ਨਿਸ਼ਚਿਤ ਕਰਨ ਤੋਂ ਲੈ ਕੇ ਅੰਤ ਤੱਕ, ਜਦੋਂ ਤੱਕ ਵੋਟਾਂ ਦੀ ਗਿਣਤੀ ਨਹੀਂ ਹੋ ਜਾਂਦੀ, ਨਤੀਜੇ ਦੀ ਘੋਸ਼ਣਾ ਨਹੀਂ ਹੋ ਜਾਂਦੀ, ਹਨਾ, ਉਦੋਂ ਤੱਕ ਦਾ ਸਾਰਾ ਪ੍ਰੋਸੀਜਰ। ਤੇ ਨਾਲ ਹੀ ਮੈਂ ਤੁਹਾਨੂੰ ਇਹਦੇ ਚ ਕੰਪਲੀਟ ਜਿਹੜਾ ਸੀਗਾ ਚੋਣ ਆਯੋਗ ਦੇ ਬਾਰੇ ਵੀ ਡਿਸਕਸ ਕਰਾ ਚੁੱਕੀ ਹਾਂ, ਤੇ ਦੋਨੋਂ ਚੀਜ਼ਾਂ ਹੀ ਅਸੀਂ ਇਲੈਕਸ਼ਨ ਪ੍ਰੋਸੀਜਰ ਦੇ ਅੰਡਰ ਡਿਸਕਸ ਕਰਦੇ ਹਾਂ, ਠੀਕ ਹੈ। ਜੋ ਵੀ ਬੱਚੇ ਇੰਟਰਸਟਡ ਨੇ, ਕੋਰਸ ਲੈਣਾ ਚਾਹੁੰਦੇ ਨੇ, ਤਾਂ ਉਹ ਕਿਸਾਨ ਅਕੈਡਮੀ ਦੇ ਇਸ ਨੰਬਰ ਦੇ ਉੱਪਰ 998800001121 ਦੇ ਉੱਪਰ ਕਾਲ ਕਰਕੇ ਜਾਂ WhatsApp ਮੈਸੇਜ ਡ੍ਰੌਪ ਕਰਕੇ ਕੋਰਸ ਦੀ ਇਨਫੋਰਮੇਸ਼ਨ ਲੈ ਸਕਦੇ ਹੋ, ਜਾਂ ਫਿਰ ਤੁਸੀਂ ਡਾਇਰੈਕਟ ਕਿਸਾਨ ਅਕੈਡਮੀ ਦੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ ਪਲੇ ਸਟੋਰ, ਐਪ ਸਟੋਰ ਦੇ ਵਿੱਚ ਜਾ ਕੇ, ਜਿੱਥੇ ਵੀ ਤੁਸੀਂ ਐਪ ਨੂੰ ਡਾਊਨਲੋਡ ਕਰਦੇ ਹੋ। ਐਪ ਨੂੰ ਡਾਊਨਲੋਡ ਕਰਕੇ ਤੁਸੀਂ ਸਟੋਰ ਦੇ ਵਿੱਚ ਜਾਣਾ ਤੇ ਸਟੋਰ ਦੇ ਵਿੱਚੋਂ ਤੁਸੀਂ ਡਾਇਰੈਕਟ ਵੀ ਕੋਰਸ ਨੂੰ ਪਰਚੇਜ਼ ਕਰ ਸਕਦੇ ਹੋ। ਮੇਰੇ ਵੱਲੋਂ ਤੁਹਾਨੂੰ ਕੋਰਸ ਦੇ ਵਿੱਚ ਜੋ ਚੀਜ਼ ਪ੍ਰੋਵਾਈਡ ਕੀਤੀ ਜਾ ਰਹੀ ਹੈਗੀ ਆ ਉਹ ਹੈਗੇ ਨੇ ਦੋ ਸਬਜੈਕਟ, ਪੋਲਿਟੀ ਪਲੱਸ ਹਿਸਟਰੀ, ਠੀਕ ਹੈ। ਪੋਲਿਟੀ ਤੇ ਹਿਸਟਰੀ ਮੇਰੇ ਵੱਲੋਂ ਤੁਹਾਨੂੰ ਕਰਵਾਈ ਜਾ ਰਹੀ ਹੈ, ਕੰਪਲੀਟ ਸਿਲੇਬਸ ਮੇਰੇ ਅੰਡਰ ਤੁਹਾਡਾ ਚੱਲ ਰਿਹਾ ਹੈਗਾ, ਜਿਹਦੇ ਚ ਤੁਹਾਨੂੰ ਮੇਰੇ ਵੱਲੋਂ ਕੰਪਲੀਟ ਹਰ ਇੱਕ ਟੌਪਿਕ ਦੀਆਂ ਜਿਹੜੀਆਂ ਹੈਗੀਆਂ ਨੇ ਥਿਊਰੀ ਕਲਾਸਿਸ, ਜਿਹੜੀਆਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਨੇ, MCQ, ਹਰ ਇੱਕ ਟੌਪਿਕ ਵਾਈਜ਼ MCQ ਟੈਸਟ, ਠੀਕ ਹੈ, ਉਹਦੀਆਂ PDF ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ। ਤੇ ਐਗਜ਼ਾਮ ਦੀ ਡੇਟ ਅਨਾਉਂਸ ਹੁੰਦਿਆਂ ਹੀ ਜਿਹੜੇ ਹੈਗੇ ਨੇ ਲਾਸਟ ਦੇ ਵਿੱਚ, ਜੋ ਤੁਹਾਡੀ ਪ੍ਰੈਪਰੇਸ਼ਨ ਖਤਮ ਹੋ ਜੂਗੀ ਐਗਜ਼ਾਮ ਦੀ ਡੇਟਸ ਦੇ ਨੇੜੇ, ਮੌਕ ਟੈਸਟ ਵੀ ਜਿਹੜੇ ਨੇ ਇਹਦੇ ਵਿੱਚ ਇਨਕਲੂਡ ਨੇ, ਉਹ ਤੁਹਾਡੇ ਲੈ ਲਏ ਜਾਣਗੇ, ਠੀਕ ਹੈ। ਤਾਂ ਜੇ ਤੁਸੀਂ ਇਲੈਬੋਰੇਟਡ ਕਲਾਸਿਸ ਇੱਕ ਪੁਆਇੰਟ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਿਹੜਾ ਹੈ ਕੋਰਸ ਪਰਚੇਜ਼ ਕਰ ਸਕਦੇ ਹੋ, ਠੀਕ ਹੈ ਜੀ। ਤਾਂ ਮੈਂ ਸਟਾਰਟ ਕਰਦੀ ਹਾਂ ਆਪਣੀ ਅੱਜ ਦੀ MCQ ਡਿਸਕਸ਼ਨ। ਆਪਣੇ ਕੋਲ ਇੱਥੇ ਮੇਰਾ ਫਰਸਟ ਕੁਐਸਚਨ ਹੈ, ਭਾਰਤ ਵਿੱਚ ਚੋਣ ਪ੍ਰਣਾਲੀ ਦੀ ਕੀ ਵਿਸ਼ੇਸ਼ਤਾ ਨਹੀਂ ਆ? ਭਾਰਤ ਦੇ ਵਿੱਚ ਜਿਹੜੀ ਚੋਣ ਪ੍ਰਣਾਲੀ ਹੈ, ਜਾਨੀ ਕਿ ਆਪਾਂ ਕਹਿ ਦਈਏ ਜੋ ਇਲੈਕਸ਼ਨਸ ਨੇ, ਠੀਕ ਹੈ, ਜੋ ਸਾਡਾ ਇਲੈਕਸ਼ਨ ਸਿਸਟਮ ਹੈ, ਉਹਦੀ ਕੀ ਵਿਸ਼ੇਸ਼ਤਾ ਨਹੀਂ ਆ? ਪਹਿਲੀ ਗੱਲ ਤਾਂ ਬੇਟਾ ਮੈਂ ਇੱਥੇ ਨਾ ਇਸ ਚੀਜ਼ ਤੋਂ ਪਹਿਲਾਂ ਥੋੜਾ ਜਿਹਾ ਇਹ ਕਲੀਅਰ ਕਰਦਾ, ਜੇ ਅਸੀਂ ਸੰਵਿਧਾਨ ਦੇ ਅਕੋਰਡਿੰਗ ਦੇਖੀਏ ਤਾਂ ਸੰਵਿਧਾਨ ਦੇ ਅਕੋਰਡਿੰਗ ਜਿਹੜਾ ਹੈਗਾ ਆਪਣੇ ਕੋਲ ਆਰਟੀਕਲ 324 ਤੋਂ ਲੈ ਕੇ 329, ਠੀਕ ਹੈ, ਆਰਟੀਕਲ 324 ਤੋਂ ਲੈ ਕੇ 329 ਆਰਟੀਕਲ ਜਿਹੜਾ ਹੈਗਾ ਡੀਲਸ ਕਰਦਾ ਕਾਦੇ ਨਾਲ? ਇਲੈਕਸ਼ਨਸ ਦੇ ਨਾਲ, ਠੀਕ ਹੈ, ਚੋਣਾਂ ਦੇ ਨਾਲ ਸੰਬੰਧਿਤ ਸਾਡੇ ਸੰਵਿਧਾਨ ਦਾ ਆਰਟੀਕਲ ਆ, ਜਿਹਦੇ ਵਿੱਚ 324 ਆਰਟੀਕਲ ਬਹੁਤ ਇੰਪੋਰਟੈਂਟ ਆ, ਕਿਉਂਕਿ 24 ਆਰਟੀਕਲ ਦੇ ਵਿੱਚ ਕੀ ਦੱਸਿਆ ਗਿਆ ਹੈਗਾ? ਇਲੈਕਸ਼ਨ ਕਮਿਸ਼ਨ ਦੇ ਬਾਰੇ ਚ, ਠੀਕ ਹੈ, ਕਿ ਇਲੈਕਸ਼ਨ ਕਮਿਸ਼ਨ ਹੋਊਗਾ, ਜਾਨੀ ਕਿ ਆਪਾਂ ਕਹਿ ਦਈਏ ਸਾਡੇ ਕੋਲ ਭਾਰਤ ਦੇ ਵਿੱਚ ਇੱਕ ਚੋਣ ਆਯੋਗ ਹੋਊਗਾ ਕੇਂਦਰ ਦੇ ਵਿੱਚ, ਠੀਕ ਹੈ, ਤੇ ਨਾਲ ਹੀ ਰਾਜਾਂ ਦੇ ਵਿੱਚ ਵੀ ਚੋਣ ਆਯੋਗ ਹੋਣਗੇ, ਜਿਹਦੀ ਚਲੋ ਡਿਸਕਸ਼ਨ ਅਸੀਂ ਆਲਰੇਡੀ ਕਲਾਸ ਦੇ ਵਿੱਚ ਕਰ ਚੁੱਕੇ ਆ। ਤੇ ਨਾਲ ਹੀ ਇੱਥੇ ਇੱਕ ਹੋਰ ਆਰਟੀਕਲ ਇੰਪੋਰਟੈਂਟ ਹੋ ਜਾਂਦਾ ਹੈਗਾ 326 ਆਰਟੀਕਲ, ਕਿਉਂਕਿ 326 ਆਰਟੀਕਲ ਦੇ ਵਿੱਚ ਇਹ ਆਖਿਆ ਗਿਆ ਹੈਗਾ ਬਾਲਗ ਮਤ ਅਧਿਕਾਰ, ਠੀਕ ਹੈ, ਬਾਲਗ ਮਤ ਅਧਿਕਾਰ, ਜਾਨੀ ਕਿ ਹਰ ਇੱਕ ਬਾਲਗ ਜਿਹੜਾ 18 ਸਾਲ ਤੋਂ ਪਹਿਲਾਂ, ਸਾਡੇ ਕੋਲ ਉਮਰ 21 ਸਾਲ ਸੀਗੀ ਹੈ ਨਾ, ਕਿ 21 ਸਾਲ ਤੋਂ ਉਮਰ ਜਦੋਂ ਸਾਡਾ ਸੰਵਿਧਾਨ ਬਣਿਆ ਤਾਂ ਉਸ ਟਾਈਮ ਤੇ 21 ਸਾਲ ਦੀ ਉਮਰ ਦਾ ਜਿਹੜਾ ਹਰ ਇੱਕ ਵਿਅਕਤੀ ਸੀ, 21 ਸਾਲ ਤੋਂ ਉੱਪਰ ਦਾ ਹਰ ਇੱਕ ਵਿਅਕਤੀ ਸੀ, ਉਹ ਵੋਟ ਪਾ ਸਕਦਾ ਸੀ ਆਰਟੀਕਲ 321 ਦੇ ਅਕੋਰਡਿੰਗ। ਲੇਟਰ ਔਨ ਇੱਕ ਅਮੈਂਡਮੈਂਟ ਹੁੰਦੀ, ਉਹ ਮੈਂ ਤੁਹਾਨੂੰ ਇੱਥੇ ਕਰਵਾਉਂਗੀ, ਬਹੁਤ ਇੰਪੋਰਟੈਂਟ ਆ, ਹਨਾ, ਜਿਹਦੇ ਚ ਉਮਰ 21 ਤੋਂ ਕੀ ਕਰ ਦਿੱਤੀ ਗਈ? 18 ਕਰ ਦਿੱਤੀ ਗਈ, ਠੀਕ ਹੈ। ਤਾਂ ਸਾਡੇ ਕੋਲ ਇੱਥੇ ਤੁਹਾਡੇ ਲਈ ਜਿਹੜੇ ਕੀ ਪੁਆਇੰਟਸ ਯਾਦ ਰੱਖਣੇ ਜ਼ਰੂਰੀ ਨੇ, ਸੰਵਿਧਾਨ ਦੇ ਵਿੱਚ 324 ਤੋਂ 329 ਆਰਟੀਕਲ ਡੀਲ ਕਰਦਾ ਹੈਗਾ ਬੇਟਾ ਜੀ ਸਾਡੇ ਇਲੈਕਸ਼ਨਸ ਦੇ ਨਾਲ, ਠੀਕ ਹੈ ਜੀ, ਜਿਹਦੇ ਵਿੱਚੋਂ 324 ਆਰਟੀਕਲ
ਇਲੈਕਸ਼ਨ ਕਮਿਸ਼ਨ ਦੇ ਨਾਲ, ਯਾਨੀ ਕਿ ਜਿਹੜਾ ਸਾਡਾ ਚੋਣ ਆਯੋਗ ਹੈ ਪੰਜਾਬੀ ਦੇ ਵਿੱਚ ਉਹਦੇ ਨਾਲ, ਤੇ ਬਾਲਗ ਮਤ ਅਧਿਕਾਰ ਦੇ ਨਾਲ 326। ਚਲੋ ਹੁਣ ਮੈਂ ਤੁਹਾਨੂੰ ਸਟਾਰਟ ਕਰਵਾਉਣੀ ਆ। ਤਾਂ ਭਾਰਤ ਦੇ ਵਿੱਚ ਚੋਣ ਪ੍ਰਣਾਲੀ ਦੀ ਕੀ ਵਿਸ਼ੇਸ਼ਤਾ ਨਹੀਂ, ਆਪਣੇ ਕੋਲ ਫਰਸਟ ਕੁਐਸਚਨ ਇਹੀ ਆ। ਤਾਂ ਦੇਖੋ ਭਾਰਤ ਦੇ ਵਿੱਚ ਚੋਣ ਪ੍ਰਣਾਲੀ ਦੇ ਅੰਡਰ ਸਾਡੇ ਕੋਲ ਆਉਂਦੀ ਹੈਗੀ ਆ ਅਡਲਟ ਫਰੈਂਚਾਈਜ਼। ਮੌਜੂਦਾ ਜੇ ਅਸੀਂ ਗੱਲ ਕਰੀਏ ਤਾਂ 18 ਸਾਲ ਤੋਂ ਉੱਪਰ ਦਾ ਹਰ ਇੱਕ ਵਿਅਕਤੀ, ਠੀਕ ਹੈ, ਬਾਲਗ 18 ਸਾਲ ਤੋਂ ਅਬਵ ਦਾ ਜਿਹੜਾ ਵਿਅਕਤੀ ਹੋਊਗਾ ਉਹ ਸਾਰੇ ਹੀ ਕੀ ਨੇ, ਬਾਲਗ ਨੇ, ਤੇ ਉਹਨਾਂ ਕੋਲ ਕਿਹੜਾ ਅਧਿਕਾਰ ਹੈਗਾ, ਬਾਲਗ ਮਤ ਅਧਿਕਾਰ। ਠੀਕ ਹੈ, ਇੱਥੇ ਜਿਹੜਾ ਪੁਆਇੰਟ ਤੁਸੀਂ ਮੇਨ ਯਾਦ ਰੱਖਣਾ ਹੈਗਾ, ਜਦੋਂ ਸਾਡਾ ਕਨਸਟੀਟਿਊਸ਼ਨ ਬਣਿਆ ਸੀ, ਜਦੋਂ ਸਾਡਾ ਸੰਵਿਧਾਨ ਬਣਿਆ ਸੀ, ਮਤਲਬ ਕਿ 1950 ਚ ਜਦੋਂ ਸੰਵਿਧਾਨ ਲਾਗੂ ਹੁੰਦਾ ਉਦੋਂ ਇਹ ਉਮਰ ਕਿੰਨੀ ਸੀਗੀ, 21। ਠੀਕ ਹੈ, ਉਦੋਂ ਇਹ ਉਮਰ ਸਾਡੇ ਕੋਲ ਕਿੰਨੀ ਸੀ, 21। ਬਹੁਤ ਇੰਪੋਰਟੈਂਟ ਆ ਬੇਟਾ ਇਹ 21। ਉਸ ਤੋਂ ਬਾਅਦ ਸਾਡੇ ਕੋਲ 61ਵੀਂ ਸੋਧ ਹੋਈ। ਠੀਕ ਹੈ, 61ਵੀਂ ਸੋਧ ਹੋਈ ਆ, ਵੈਰੀ ਵੈਰੀ ਇੰਪੋਰਟੈਂਟ ਸੋਧ ਆ ਇਹ। 61ਵੀਂ ਸੋਧ ਹੋਈ ਕਦੋਂ ਹੋਈ ਬੇਟਾ ਜੀ, ਇਹ ਸੋਧ ਹੋਈ ਸਾਡੇ ਕੋਲ 1989 ਦੇ ਵਿੱਚ। ਠੀਕ ਹੈ, ਤਾਂ 1999 ਦੇ ਵਿੱਚ ਇਹ ਸੋਧ ਹੁੰਦੀ ਆ। ਉਸ ਟਾਈਮ ਤੇ ਪੀਐਮ ਕੌਣ ਸੀਗੇ ਸਾਡੇ ਕੋਲ, ਰਾਜੀਵ ਗਾਂਧੀ। ਇਹ ਵੀ ਕੁਐਸਚਨ ਕਈ ਵਾਰ ਪੁੱਛ ਲਿਆ ਜਾਂਦਾ, ਤਾਂ ਰਾਜੀਵ ਗਾਂਧੀ ਸੀਗੇ ਜਿਨ੍ਹਾਂ ਦੇ ਅਧੀਨ ਹੀ 61ਵੀਂ ਸੋਧ ਹੋਈ ਸੀ 1999 ਈਸਵੀ ਦੇ ਵਿੱਚ। ਤੇ ਇਸੇ ਸੋਧ ਦੇ ਰਾਹੀਂ ਜਿਹੜੀ ਅਡਲਟ ਫਰੈਂਚਾਈਜ਼ ਯਾਨੀ ਬਾਲਗ ਦੀ ਉਮਰ ਸੀਗੀ ਉਹ ਘਟਾ ਕੇ ਕਿੰਨੀ ਕਰ ਦਿੱਤੀ ਗਈ, 18 ਸਾਲ। ਤਾਂ ਹੁਣ ਸਾਡੇ ਕੋਲ ਮੌਜੂਦਾ ਕੀ ਹੈ ਕਿ 18 ਸਾਲ ਤੋਂ ਉੱਪਰ ਦੀ ਉਮਰ ਦਾ ਹਰ ਇੱਕ ਵਿਅਕਤੀ ਜਿਹੜਾ ਹੈ ਉਹ ਭਾਰਤ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਰੱਖਦਾ। ਇਸੇ ਨੂੰ ਅਸੀਂ ਕੀ ਆਖਦੇ ਹਾਂ, ਬਾਲਗ ਮਤ ਅਧਿਕਾਰ, ਜਿਹੜੀ ਕਿ ਪ੍ਰਮੁੱਖ ਵਿਸ਼ੇਸ਼ਤਾ ਹੈਗੀ ਆ ਭਾਰਤ ਦੀ ਚੋਣ ਪ੍ਰਣਾਲੀ ਦੀ। ਠੀਕ ਹੈ, ਦੂਜਾ ਹੈ ਬੇਟਾ ਗੁਪਤ ਮਤਦਾਨ, ਹੈ ਨਾ। ਭਾਰਤ ਦੇ ਵਿੱਚ ਸੀਕ੍ਰੇਟ ਵੋਟਿੰਗ, ਬੈਲਟਸ ਵਗੈਰਾ ਦਾ ਪ੍ਰਬੰਧ ਆ, ਹੈ ਨਾ, ਯਾਨੀ ਕਿ ਤੁਹਾਡੀ ਜਿਹੜੀ ਵੋਟ ਹੈਗੀ ਆ, ਤੁਸੀਂ ਵੋਟ ਪਾਉਣ ਜਾਂਦੇ ਹੋ ਤਾਂ ਦੇਖਦੇ ਹੋ ਕਿ ਕੋਲਾ ਕੀਤਾ ਗਿਆ ਹੁੰਦਾ ਬਾਕਸ ਦਾ, ਜਾਂ ਜੇ ਈਵੀਐਮ ਮਸ਼ੀਨ ਵੀ ਪਈ ਹੋਈ ਹੈ, ਜੇ ਤਾਂ ਬਾਕਸ ਪਏ ਹੋਏ ਆ ਤਾਂ ਵੀ, ਬੈਲਟ ਪੇਪਰ ਵੀ ਤੁਸੀਂ ਯੂਜ਼ ਕਰ ਰਹੇ ਹੋ ਤਾਂ ਵੀ, ਜੇ ਈਵੀਐਮ ਮਸ਼ੀਨ ਆ ਤਾਂ ਵੀ ਓਲਾ ਕੀਤਾ ਜਾਊਗਾ ਤੁਸੀਂ ਕਿਹਨੂੰ ਵੋਟ ਪਾਈ ਆ, ਹੈ ਨਾ। ਇਹ ਕਿਤੇ ਵੀ ਜਿਹੜਾ ਹੈ ਸ਼ੋ ਨਹੀਂ ਕੀਤਾ ਜਾਂਦਾ। ਠੀਕ ਹੈ, ਉਸ ਤੋਂ ਬਾਅਦ ਆ ਜਾਂਦੀ ਹੈਗੀ ਸਾਡੇ ਕੋਲ ਕਮਿਊਨਲ ਮਤ ਪ੍ਰਣਾਲੀ, ਯਾਨੀ ਆਪਾਂ ਸਮੁਦਾਇਕ ਮਤ ਪ੍ਰਣਾਲੀ, ਹੈ ਨਾ। ਇਹ ਮੈਂ ਤੁਹਾਨੂੰ ਕਲੀਅਰ ਕਰਵਾਉਣੀ ਹੈ, ਤੁਹਾਡਾ ਆਨਸਰ ਇੱਥੇ ਇਹੀ ਆ, ਬਟ ਥੋੜਾ ਜਿਹਾ ਮੈਂ ਪਹਿਲਾਂ ਇਹ ਦੱਸਦਾ ਜਿਹੜੇ ਸਹੀ ਪੁਆਇੰਟਸ ਨੇ। ਠੀਕ ਹੈ, ਤਾਂ ਸਾਡੇ ਕੋਲ ਮਤ ਪ੍ਰਣਾਲੀ ਦੀ ਜੇ ਵਿਸ਼ੇਸ਼ਤਾ ਦੀ ਗੱਲ ਕਰੀਏ, ਅਡਲਟ ਫਰੈਂਚਾਈਜ਼ ਹੈਗਾ, ਸੀਕ੍ਰੇਟ ਵੋਟਿੰਗ ਵੀ ਹੈਗੀ ਆ, ਹਨਾ। ਨਾਲ ਹੀ ਸਾਡੇ ਕੋਲ ਬੇਟਾ ਜੀ ਜਿਹੜਾ ਹੈ ਲੋਕ ਸਭਾ ਦੇ ਵਿੱਚ ਐਸਸੀ ਤੇ ਐਸਟੀ ਦੀਆਂ ਸੀਟਾਂ ਵੀ ਰਾਖਵੀਆਂ ਨੇ। ਤੁਹਾਨੂੰ ਕਲੀਅਰ ਹੋਊਗਾ ਕਿ ਐਸਸੀ ਦੀਆਂ ਜਿਹੜੀਆਂ ਸੀਟਾਂ ਨੇ ਉਹ ਕਿੰਨੀਆਂ ਰਾਖਵੀਆਂ ਨੇ, 84, ਹਨਾ, ਤੇ ਐਸਟੀ ਦੀਆਂ ਜਿਹੜੀਆਂ ਸੀਟਾਂ ਨੇ ਉਹ ਰਾਖਵੀਆਂ ਨੇ ਕਿੰਨੀਆਂ, 47। ਤਾਂ ਇੰਨੀਆਂ ਸੀਟਾਂ ਸਾਡੇ ਕੋਲ ਰਾਖਵੀਆਂ ਨੇ, 10-10 ਸਾਲ ਦੇ ਲਈ ਰਾਖਵੀਆਂ ਕੀਤੀਆਂ ਜਾਂਦੀਆਂ ਨੇ, ਜਨਸੰਖਿਆ ਦੇ ਆਧਾਰ ਉੱਪਰ ਨਿਸ਼ਚਿਤ ਕੀਤੀਆਂ ਜਾਂਦੀਆਂ। ਤਾਂ ਪਹਿਲੀ ਵਾਰ ਤਾਂ ਵੈਸੇ ਜਿਹੜੀ ਇਹ 84 ਤੇ 47 ਦੀ ਪ੍ਰੋਵੀਜ਼ਨ ਆ ਸਾਡੇ ਕੋਲ, ਕਿਉਂਕਿ ਇਸ ਤੋਂ ਪਹਿਲਾਂ ਘੱਟ ਸੀਗੀਆਂ ਇਹ, ਤਾਂ ਇੱਕ 95ਵੀਂ ਸੋਧ ਹੋਈ ਸੀ ਸਾਡੇ ਕੋਲ। 95ਵੀਂ ਸੋਧ ਦੇ ਰਾਹੀਂ ਹੀ ਜਿਹੜੀਆਂ ਸੀਗੀਆਂ ਇਹ 2009 ਦੇ ਵਿੱਚ ਸਾਡੇ ਕੋਲ 84 ਤੇ 47 ਸੀਟਾਂ ਕੀਤੀਆਂ ਗਈਆਂ ਸੀ। ਕਦੋਂ ਤੱਕ ਕਿ 2020 ਤੱਕ ਸਾਡੇ ਕੋਲ 84 ਤੇ 47 ਸੀਟਾਂ ਲੋਕ ਸਭਾ ਦੇ ਵਿੱਚ ਐਸਸੀ ਤੇ ਐਸਟੀ ਦੀਆਂ ਹੋਣਗੀਆਂ ਰਾਖਵੀਆਂ। ਬਟ 20 ਖਤਮ ਹੋ ਗਿਆ, ਹੈ ਨਾ। ਸਾਡੇ ਕੋਲ ਹੁਣ ਕੀ ਚੱਲ ਰਿਹਾ ਹੈਗਾ, 2022। ਤਾਂ 2022 ਤੋਂ ਪਹਿਲਾਂ ਵੀ ਇਹਦਾ ਮਤਲਬ ਇਹਨਾਂ ਦੀ ਪ੍ਰੋਵੀਜ਼ਨ ਹੋ ਚੁੱਕੀ ਆ। ਕਦੋਂ ਦੇਖੋ, ਸਾਡੇ ਕੋਲ 134 ਸੋਧ ਆਈ ਸੀ, 134 ਸੋਧ ਆਈ ਸੀ। ਕਦੋਂ ਆਈ ਉਹ, 2020 ਦੇ ਵਿੱਚ। ਤੇ 2020 ਦੇ ਵਿੱਚ ਫੇਰ ਜਿਹੜੀਆਂ ਹੈਗੀਆਂ ਨੇ ਐਸਟੀ ਤੇ ਐਸਸੀ ਦੀਆਂ 84 ਤੇ 47 ਸੀਟਾਂ 10 ਸਾਲ ਦੇ ਲਈ, ਜਾਣੀ ਕਿ 2030 ਤੱਕ ਜਿਹੜੀਆਂ ਹੈਗੀਆਂ ਉਹ ਰਾਖਵੀਆਂ ਕਰ ਦਿੱਤੀਆਂ ਗਈਆਂ। ਤਾਂ ਤੁਹਾਡੇ ਤੋਂ ਕੁਐਸਚਨ ਇੱਥੋਂ ਵੀ ਕੋਰਿਲੇਟ ਕਰਕੇ ਪੁੱਛਿਆ ਜਾ ਸਕਦਾ ਕਿ ਜਿਹੜੀਆਂ ਸਾਡੇ ਕੋਲ ਮੌਜੂਦਾ ਐਸਟੀ ਤੇ ਐਸਟੀ ਦੀਆਂ ਸੀਟਾਂ ਕਿੰਨੀਆਂ ਰਾਖਵੀਆਂ ਲਈ ਲੋਕ ਸਭਾ ਦੇ ਵਿੱਚ, 84 ਤੇ 47। ਠੀਕ ਹੈ, ਜਿਹੜੀਆਂ 84 ਤੇ 47 ਸੀਟਾਂ ਰਾਖਵੀਆਂ ਕੀਤੀਆਂ ਗਈਆਂ ਨੇ, ਇਹ ਪਹਿਲਾਂ ਕਦੋਂ ਕੀਤੀਆਂ ਗਈਆਂ ਸੀ, 95ਵੀਂ ਸੋਧ ਦੇ ਰਾਹੀਂ। ਤੇ ਹੁਣ ਇਹਨਾਂ ਨੂੰ ਰਿਵਾਈਜ਼ ਕਦੋਂ ਕੀਤਾ ਗਿਆ, 2030 ਤੱਕ। 2020 ਦੇ ਵਿੱਚ ਇਹਨਾਂ ਨੂੰ ਰਿਵਾਈਜ਼ ਕੀਤਾ ਗਿਆ ਸੀ 134 ਸੋਧ ਦੇ ਰਾਹੀਂ। ਠੀਕ ਹੈ, ਤੇ ਇਹਦਾ ਮਤਲਬ ਇਹ ਵੀ ਸਾਡੀ ਇੱਕ ਪ੍ਰਮੁੱਖ ਵਿਸ਼ੇਸ਼ਤਾ ਹੈਗੀ ਆ ਕਿ ਐਸਸੀ ਤੇ ਐਸਟੀ ਦੀਆਂ ਸੀਟਾਂ ਰਾਖਵੀਆਂ ਨੇ। ਤਾਂ ਅਡਲਟ ਫਰੈਂਚਾਈਜ਼ ਹੈ, ਸੀਕ੍ਰੇਟ ਵੋਟਿੰਗ ਹੈ, ਐਸਟੀ ਤੇ ਐਸਟੀ ਦੀਆਂ ਸੀਟਾਂ ਵੀ ਰਾਖਵੀਆਂ ਨੇ। ਬਟ ਸਾਡੇ ਕੋਲ ਬੇਟਾ ਭਾਰਤ ਦੀ ਚੋਣ ਪ੍ਰਣਾਲੀ ਦੀ ਵਿਸ਼ੇਸ਼ਤਾ ਕੀ ਨਹੀਂ ਹੈਗੀ, ਸਮੁਦਾਇਕ ਚੋਣ ਪ੍ਰਣਾਲੀ। ਸਮੁਦਾਇਕ ਚੋਣ ਪ੍ਰਣਾਲੀ ਦਾ ਮਤਲਬ ਕੀ ਹੁੰਦਾ, ਜਿਵੇਂ ਆਪਾਂ ਕਹੀਏ ਮੁਸਲਿਮ ਆ, ਠੀਕ ਹੈ, ਹਿੰਦੂ ਆ, ਜਾਂ ਆਪਾਂ ਕਹਿ ਦਈਏ ਈਸਾਈ ਆ, ਜਿੰਨੇ ਵੀ ਧਰਮ ਆ ਜਾਂ ਸਮੁਦਾਇ ਹੈਗੇ ਨੇ, ਸਮੂਹ ਹੈਗੇ ਨੇ, ਉਹਨਾਂ ਨੂੰ ਜਦੋਂ ਅਸੀਂ ਚੋਣਾਂ ਦੇ ਵਿੱਚ ਅਲੱਗ-ਅਲੱਗ ਪ੍ਰਤੀਨਿਧਤਾ ਦੇ ਦਿੰਨੇ ਆ, ਹਨਾ, ਅਲੱਗ-ਅਲੱਗ ਪ੍ਰਤੀਨਿਧਤਾ ਦੇ ਦਿੰਨੇ ਆ, ਤਾਂ ਉਹਨਾਂ ਨੂੰ ਅਸੀਂ ਕੀ ਆਖਦੇ ਹੈਗੇ ਆ,
ਕਮਿਊਨਲ ਰਿਪਰੈਜ਼ੈਂਟੇਸ਼ਨ। ਤੇ ਇਹ ਸਾਡੇ ਸੰਵਿਧਾਨ ਦੇ ਵਿੱਚ ਸਾਡੇ ਮੌਜੂਦਾ ਜਿਹੜੀ ਪ੍ਰਣਾਲੀ ਹੈਗੀ ਉਹ 'ਚ ਸ਼ਾਮਲ ਨਹੀਂ ਹੈਗਾ। ਜੇ ਤੁਸੀਂ ਅੱਛੀ ਤਰ੍ਹਾਂ ਪੜ੍ਹੇ ਹੋ, ਆਪਣੀ ਪ੍ਰੈਕਟਿਸ ਤੁਹਾਡੀ ਹਨਾ ਅੱਛੀ ਚੱਲ ਰਹੀ ਹੋਵੇ ਤਾਂ ਤੁਹਾਨੂੰ ਕਲੀਅਰ ਹੋਊਗਾ ਕਿ ਸਾਡੇ ਕੋਲ ਇੰਡੀਅਨ ਕਾਉਂਸਲ ਐਕਟ ਆਇਆ ਸੀ, ਇੰਡੀਅਨ ਕਾਉਂਸਲ ਐਕਟ, ਠੀਕ ਹੈ, ਜਿਹਨੂੰ ਤੁਸੀਂ ਮਾਰਲੇਮੈਂਟੋ ਐਕਟ ਵੀ ਆਖ ਦਿੰਦੇ ਆ, 1909 ਵਾਲਾ। 1909 ਦਾ ਮਾਰਲੇ ਮਿੰਟੋ ਐਕਟ ਸੀਗਾ ਜਿਹੜਾ, ਉਹਦੇ ਚ ਪਹਿਲੀ ਵਾਰ ਮੁਸਲਮਾਨਾਂ ਨੂੰ ਹਨਾ ਰਿਪਰੈਜ਼ੈਂਟੇਸ਼ਨ ਦਿੱਤੀ ਗਈ ਸੀ, ਮੁਸਲਮਾਨਾਂ ਨੂੰ ਸਮੁਦਾਇਕ ਚੋਣ ਪ੍ਰਣਾਲੀ ਦੀ ਪ੍ਰੋਵੀਜ਼ਨ ਦਿੱਤੀ ਗਈ ਸੀ। ਤੇ ਉਸ ਤੋਂ ਬਾਅਦ ਜਿਹੜਾ ਸਾਡੇ ਕੋਲ 1919 ਦਾ ਗਵਰਨਮੈਂਟ ਆਫ ਇੰਡੀਆ ਜਾਂ ਆਪਾਂ ਕਹਿ ਦਈਏ ਮੌਂਟਗੋ ਚੈਮਸਫੋਰਡ ਐਕਟ ਆਇਆ ਸੀ ਹਨਾ, ਉਹਦੇ ਚ ਵੀ ਜਿਹੜਾ ਸੀਗਾ ਕਾਫੀ ਜ਼ਿਆਦਾ ਮੁਸਲਿਮ, ਹਿੰਦੂ ਜਾਂ ਜਿਹੜੇ ਬਾਕੀ ਸੀ ਉਹਨਾਂ ਨੂੰ ਵੀ ਸੰਪਰਦਾਇਕ ਵੋਟ ਦਾ ਅਧਿਕਾਰ ਦੇ ਦਿੱਤਾ ਗਿਆ ਸੀ। ਤਾਂ ਕਈ ਵਾਰ ਇਹ ਵੀ ਪੁੱਛ ਲਿਆ ਜਾਂਦਾ ਕਿ ਪਹਿਲੀ ਵਾਰ ਮੁਸਲਮਾਨਾਂ ਨੂੰ ਜਿਹੜੀ ਕਮਿਊਨਲ ਰਿਪਰੈਜ਼ੈਂਟੇਸ਼ਨ ਆ ਜਾਂ ਚੋਣ ਪ੍ਰਣਾਲੀ ਦੇ ਵਿੱਚ ਇਤਿਹਾਸ ਦੇ ਵਿੱਚ ਪਹਿਲੀ ਵਾਰ ਜਿਹੜੀ ਸੀਗੀ ਕਮਿਊਨਲ ਰਿਪਰੈਜ਼ੈਂਟੇਸ਼ਨ ਕਦੋਂ ਦਿੱਤੀ ਗਈ ਸੀ, ਤਾਂ ਉਹ ਕਦੋਂ ਦਿੱਤੀ ਗਈ ਸੀ ਜੀ? ਮਾਰਲੇਮੈਂਟੋ ਐਕਟ 1919 ਦੇ ਵਿੱਚ ਸਿਰਫ ਮੁਸਲਮਾਨਾਂ ਨੂੰ, ਤੇ 1919 ਦੇ ਵਿੱਚ ਜਿਹੜੇ ਬਾਕੀ ਸਮੁਦਾਇ ਸੀ ਉਹਨਾਂ ਨੂੰ ਵੀ ਕਮਿਊਨਲ ਰਿਵਾਰਡਸ ਦੇ ਅੰਡਰ ਜਾਂ ਆਪਾਂ ਇਹ ਕਹਿ ਲਈਏ ਕਿ ਕਮਿਊਨਲ ਰਿਪਰੈਜ਼ੈਂਟੇਸ਼ਨ ਦੇ ਦਿੱਤੀ ਗਈ ਸੀ। ਠੀਕ ਹੈ ਜੀ। ਸੰਪਰਦਾਇ ਯਾਨੀ ਕਿ ਧਰਮਾਂ ਦੇ ਆਧਾਰ ਦੇ ਉੱਪਰ ਮੁਸਲਮਾਨਾਂ ਨੂੰ ਅੱਡ ਵੋਟ ਦਾ ਅਧਿਕਾਰ ਦੇਤਾ, ਹਿੰਦੂਆਂ ਨੂੰ ਅੱਡ ਦੇਤਾ, ਈਸਾਈਆਂ ਨੂੰ ਅੱਡ ਦੇਤਾ, ਹੋਰ ਹਨਾ ਮਤਲਬ ਇੱਕ ਤਰੀਕੇ ਨਾਲ ਪਾੜੋ ਤੇ ਰਾਜ ਕਰੋ ਦੀ ਨੀਤੀ ਜਿਹੜੀ ਸੀਗੀ ਉਹ ਅਡਾਪਟ ਕੀਤੀ ਸੀ ਅੰਗਰੇਜ਼ਾਂ ਨੇ। ਠੀਕ ਹੈ। ਬਟ ਜਦੋਂ ਅਸੀਂ ਆਪਣਾ ਮੂਲ ਸੰਵਿਧਾਨ ਅਡਾਪਟ ਕੀਤਾ, ਜਦੋਂ ਸਾਡੇ ਸੰਵਿਧਾਨ ਨਿਰਮਾਤਾ ਨੇ, ਸਾਡੀ ਸੰਵਿਧਾਨ ਸਭਾ ਨੇ ਹਨਾ ਸੰਵਿਧਾਨ ਸਭਾ ਨੇ ਜਦੋਂ ਸਾਡਾ ਸੰਵਿਧਾਨ ਅਡਾਪਟ ਕੀਤਾ, ਤੇ ਉਦੋਂ ਹੀ ਜਦੋਂ ਚੋਣ ਪ੍ਰਣਾਲੀ ਦੇ ਬਾਰੇ ਚ ਡਿਸਾਈਡ ਕੀਤਾ ਗਿਆ ਤਾਂ ਉਸ ਚੋਣ ਪ੍ਰਣਾਲੀ ਨੂੰ ਇਹਨਾਂ ਨੇ ਕੀ ਰੱਖਿਆ ਸੀਗਾ? ਕਮਿਊਨਲ ਰਿਪਰੈਜ਼ੈਂਟੇਸ਼ਨ ਤੋਂ ਅਲੱਗ। ਠੀਕ ਹੈ। ਜਾਨੀ ਕਿ ਸਾਡੀ ਜਿਹੜੀ ਹੈਗੀ ਆ ਮੌਜੂਦਾ ਉਹਦੇ ਚ ਕੋਈ ਵੀ ਭੇਦਭਾਵ ਇਸ ਆਧਾਰ ਦੇ ਉੱਪਰ, ਧਰਮਾਂ ਦੇ ਆਧਾਰ ਦੇ ਉੱਪਰ ਨਹੀਂ ਕੀਤਾ ਜਾਊਗਾ। ਸਾਡੀ ਚੋਣ ਪ੍ਰਣਾਲੀ ਦੀ ਇਹ ਪ੍ਰਮੁੱਖ ਵਿਸ਼ੇਸ਼ਤਾ। ਠੀਕ ਹੈ। ਕਿਸੇ ਨੂੰ ਵੀ ਕੋਈ ਅਲੱਗ ਜਿਹੜੀ ਪ੍ਰਤੀਨਿਧਤਾ ਇਹਦੇ ਚ ਨਹੀਂ ਦਿੱਤੀ ਜਾਊਗੀ। ਕਲੀਅਰ ਜੀ। ਨੈਕਸਟ ਕੁਐਸਚਨ ਆ ਬੇਟਾ ਜੀ ਆਪਣੇ ਕੋਲ, ਸੰਸਦ ਤੇ ਰਾਜ ਵਿਧਾਨ ਸਭਾਵਾਂ ਦੀਆਂ ਚੋਣਾਂ ਕੌਣ ਕਰਾਉਂਦਾ? ਠੀਕ ਹੈ। ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ, ਜਦੋਂ ਵੀ ਅਸੀਂ ਵੋਟਾਂ ਦੀ ਗੱਲ ਕਰਾਂਗੇ ਹਨਾ, ਇਲੈਕਸ਼ਨ ਦੀ ਗੱਲ ਕਰਾਂਗੇ ਤਾਂ ਸਾਡੇ ਕੋਲ ਇੱਕ ਨਾਮ ਆਊਗਾ ਇਲੈਕਸ਼ਨ ਕਮਿਸ਼ਨ। ਇਲੈਕਸ਼ਨ ਕਮਿਸ਼ਨ। ਠੀਕ ਹੈ। ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਆਖ ਦਿੰਦੇ ਹੈਗੇ ਆ ਚੋਣ ਆਯੋਗ। ਚੋਣ ਆਯੋਗ ਨੇ ਬੇਟਾ ਜਿਹੜੇ ਇਹ ਕੇਂਦਰ ਦੇ ਵਿੱਚ ਵੀ ਹੋਣਗੇ, ਰਾਜ ਦੇ ਵਿੱਚ ਵੀ ਹੋਣਗੇ, ਬਟ ਇੱਥੇ ਜਿਹੜਾ ਚੋਣ ਆਯੋਗ ਆ, ਜਦੋਂ ਮੈਂ ਕੱਲਾ ਚੋਣ ਆਯੋਗ ਨਾਮ ਲਵਾਂਗੀ ਤਾਂ ਉਹ ਕੇਂਦਰ ਦਾ ਹੀ ਹੋਊਗਾ। ਜਦੋਂ ਅਸੀਂ ਰਾਜ ਚੋਣ ਆਯੋਗ ਕਰਾਂਗੇ ਤਾਂ ਫਿਰ ਉਹ ਰਾਜਾਂ ਦੇ ਵਿੱਚ ਆਊਗਾ। ਜਿਹੜਾ ਸਾਡੇ ਕੋਲ ਇਲੈਕਸ਼ਨ ਕਮਿਸ਼ਨ ਸੀ, ਇਲੈਕਸ਼ਨ ਕਮਿਸ਼ਨ ਦੀ ਸਥਾਪਨਾ ਕਦੋਂ ਹੁੰਦੀ ਹੈ? ਬਹੁਤ ਇੰਪੋਰਟੈਂਟ ਕੁਐਸਚਨ ਆ। ਜਦੋਂ ਸਾਡੀ ਦੇਖੋ ਆਖਰੀ ਮੀਟਿੰਗ ਹੁੰਦੀ ਹੈ ਸੰਵਿਧਾਨ ਸਭਾ ਦੀ, ਕਦੋਂ ਹੁੰਦੀ ਹੈ? 24 ਜਨਵਰੀ 1950 ਨੂੰ। ਤੋਂ ਉਸ ਤੋਂ ਅਗਲੇ ਦਿਨ, ਠੀਕ ਹੈ, ਉਸ ਤੋਂ ਅਗਲੇ ਦਿਨ 25 ਜਨਵਰੀ 1950 ਨੂੰ ਜਿਹੜੀ ਸੀਗੀ ਇਲੈਕਸ਼ਨ ਆਯੋਗ ਜਿਹੜਾ ਸੀਗਾ, ਆਪਾਂ ਕਹਿ ਦਈਏ ਚੋਣ ਆਯੋਗ ਸੀਗਾ, ਉਹਨੂੰ ਗਠਿਤ ਕਰ ਲਿਆ ਗਿਆ ਸੀ। ਠੀਕ ਹੈ। ਤੇ ਉਸ ਤੋਂ ਬਾਅਦ 26 ਜਨਵਰੀ 1950 ਨੂੰ ਸਾਡਾ ਜਿਹੜਾ ਸੀਗਾ ਕਮੈਂਸਮੈਂਟ ਕਰ ਦਿੱਤੀ ਗਈ ਸੀ ਸਾਡੀ ਸੰਵਿਧਾਨ ਦੀ। ਠੀਕ ਹੈ। ਸਾਡੇ ਸੰਵਿਧਾਨ ਨੂੰ ਪ੍ਰੋਪਰ ਲਾਗੂ ਕਰ ਦਿੱਤਾ ਗਿਆ ਸੀ। ਤਾਂ ਇਹਦੀ ਸਥਾਪਨਾ ਕਦੋਂ ਹੁੰਦੀ ਆ? 25 ਜਨਵਰੀ 1950 ਨੂੰ। ਕਿਹੜੇ ਆਰਟੀਕਲ ਦੇ ਵਿੱਚ ਇਹਨੂੰ ਸ਼ਾਮਲ ਕੀਤਾ ਗਿਆ ਹੈਗਾ ਸਾਡੇ ਚੋਣ ਆਯੋਗ ਨੂੰ? 324 ਆਰਟੀਕਲ ਦੇ ਵਿੱਚ। ਠੀਕ ਹੈ। ਇਹ ਤੁਹਾਡੇ ਲਈ ਸਭ ਤੋਂ ਇੰਪੋਰਟੈਂਟ ਪੁਆਇੰਟਸ ਨੇ। ਜਦੋਂ ਇਹ ਬਣੀ ਸੀ ਬੇਟਾ, ਜਦੋਂ 1950 ਦੇ ਵਿੱਚ ਇਹ ਬਣੀ ਸੀ ਤਾਂ ਇਹ ਸਿਰਫ ਇੱਕ ਮੈਂਬਰੀ ਸੀ। ਠੀਕ ਹੈ। ਇੱਕ ਮੈਂਬਰੀ ਸੀ, ਜਾਣੀ ਕਿ ਇਹਦੇ ਚ ਸਿਰਫ ਜਿਹੜਾ ਸਾਡੇ ਕੋਲ ਸੀਗਾ ਉਹ ਚੀਫ ਇਲੈਕਸ਼ਨ ਕਮਿਸ਼ਨਰ ਹੀ ਹੋਇਆ ਕਰਦਾ ਸੀ, ਜਿਹੜਾ ਮੁੱਖ ਚੋਣ ਅਧਿਕਾਰੀ ਹੀ ਹੋਇਆ ਕਰਦਾ ਸੀਗਾ। ਠੀਕ ਹੈ। ਤੇ ਸਾਡੇ ਕੋਲ ਜਿਹੜਾ ਫਰਸਟ ਪਰਸਨ ਸੀਗਾ ਹਨਾ, ਜਿਹੜਾ ਫਰਸਟ ਪਰਸਨ ਸੀ, ਫਰਸਟ ਆਪਾਂ ਕਹਿ ਦਈਏ ਮੁੱਖ ਚੋਣ ਕਮਿਸ਼ਨਰ ਸੀ, ਫਰਸਟ ਮੁੱਖ ਚੋਣ ਕਮਿਸ਼ਨਰ ਜਿਹੜਾ 1950 ਦੇ ਵਿੱਚ ਹੀ ਚੁਣਿਆ ਗਿਆ ਸੀਗਾ, ਉਹ ਕੌਣ ਸੀਗਾ ਸਾਡੇ ਕੋਲ ਬੇਟਾ ਜੀ? ਸੁਕੁਮਾਰ ਸੇਨ। ਸੁਕੁਮਾਰ ਸੇਨ। ਠੀਕ ਹੈ। ਹੋਪ ਤੁਹਾਨੂੰ ਇੰਨਾ ਕਲੀਅਰ ਹੋ ਗਿਆ ਹੋਊਗਾ। ਉਸ ਤੋਂ ਬਾਅਦ ਜੇ ਮੈਂ ਮੌਜੂਦਾ ਕੰਡੀਸ਼ਨ ਦੀ ਗੱਲ ਕਰਾਂ ਤਾਂ 1993 ਈਸਵੀ ਦੇ ਵਿੱਚ, ਠੀਕ ਹੈ, 1993 ਈਸਵੀ ਦੇ ਵਿੱਚ ਇਹਨੂੰ ਕਰ ਦਿੱਤਾ ਗਿਆ 3 ਮੈਂਬਰੀ। 3 ਮੈਂਬਰੀ ਦਾ ਕੀ ਮਤਲਬ ਹੈਗਾ ਕਿ ਇੱਕ ਤਾਂ ਹੋਊਗਾ ਸਾਡੇ ਕੋਲ ਇਹਦੇ ਵਿੱਚ ਚੀਫ ਇਲੈਕਸ਼ਨ ਕਮਿਸ਼ਨਰ। ਠੀਕ ਹੈ। ਤੇ ਇਸ ਤੋਂ ਬਿਨਾ ਹੋਣਗੇ 2 ਹੋਰ ਇਲੈਕਸ਼ਨ ਕਮਿਸ਼ਨਰ। ਠੀਕ ਹੈ। 2 ਹੋਰ ਇਲੈਕਸ਼ਨ ਕਮਿਸ਼ਨਰ। ਤੇ ਇਹ ਵੀ ਤੁਹਾਨੂੰ ਕਲੀਅਰ ਹੋਣਾ ਚਾਹੀਦਾ। ਹੁਣ 3 ਮੈਂਬਰੀ ਆ। ਤੇ ਵੈਸੇ ਅਪਡੇਟ ਰਿਹਾ ਕਰੋ, ਜਦੋਂ ਤੁਸੀਂ ਵੀਡੀਓ ਦੇਖ ਰਹੇ ਹੋਵੋਗੇ ਉਦੋਂ ਤੱਕ ਵੀ ਚੈੱਕ ਕਰਨਾ ਕਿ ਕਰੰਟ ਕੌਣ ਆ। ਬਟ ਜੇ ਮੈਂ ਐਟ ਪ੍ਰੈਜ਼ੈਂਟ ਦੱਸਾਂ ਤਾਂ ਤੁਹਾਡੇ ਲਈ ਜਿਹੜਾ ਹੈਗਾ ਸਾਡੇ ਕੋਲ ਇਸ ਟਾਈਮ 24ਵਾਂ ਚੋਣ ਕਮਿਸ਼ਨਰ ਜਿਹੜਾ ਹੈ ਉਹ ਕੌਣ ਹੈ ਜੀ? ਉਹ ਹੈ ਸੁਸ਼ੀਲ ਚੰਦਰ। ਠੀਕ ਹੈ। ਸੁਸ਼ੀਲ ਚੰਦਰ ਸਾਡੇ ਕੋਲ ਮੌਜੂਦਾ ਚੀਫ ਇਲੈਕਸ਼ਨ ਕਮਿਸ਼ਨਰ ਨੇ। ਤਾਂ ਤੁਸੀਂ ਚੈੱਕ ਕਰਦੇ ਰਹਿਣਾ ਹੁੰਦਾ, ਖਾਸ ਕਰਕੇ ਮੌਜੂਦਾ ਨੂੰ। ਠੀਕ ਹੈ ਜੀ। ਤਾਂ ਇਹ ਸਾਡੇ ਕੋਲ ਇੱਥੇ ਕੀ ਪੁਆਇੰਟਸ ਨੇ ਜਿਹੜੇ ਤੁਸੀਂ ਇਲੈਕਸ਼ਨ ਕਮਿਸ਼ਨ ਦੇ ਨਾਲ ਯਾਦ ਰੱਖਣੇ ਨੇ। ਇੱਥੇ ਇੱਕ ਹੋਰ ਕੀ ਪੁਆਇੰਟ ਜਿਹੜਾ ਤੁਸੀਂ ਯਾਦ ਰੱਖਣਾ ਉਹ ਹੈਗਾ ਕਿ ਜਿਹੜੇ ਚੋਣ ਆਯੋਗ ਹੈ ਹਨਾ, ਜਿਹੜਾ ਚੋਣ ਆਯੋਗ ਆ
ਉਹ ਕਿਹਦੇ ਇਲੈਕਸ਼ਨ ਕਰਾਉਂਦਾ, ਕੇਂਦਰੀ ਚੋਣ ਆਯੋਗ। ਠੀਕ ਹੈ, ਕਿਹਦੇ ਇਲੈਕਸ਼ਨ ਹੈਲਡ ਕਰਦਾ ਹੈਗਾ। ਤਾਂ ਇੱਥੇ ਸਭ ਤੋਂ ਪਹਿਲਾ ਪੁਆਇੰਟ ਪ੍ਰੈਜ਼ੀਡੈਂਟ, ਠੀਕ ਹੈ, ਪ੍ਰੈਜ਼ੀਡੈਂਟ। ਦੂਜਾ ਵਾइस ਪ੍ਰੈਜ਼ੀਡੈਂਟ, ठीक है। तीजा ਜਿਹੜੀ ਸਾਡੇ ਕੋਲ ਸੰਸਦ ਦੇ ਇਲੈਕਸ਼ਨ ਹੁੰਦੇ ਆ, ਜਾਨੀ ਕਿ ਆਪਾਂ ਇਹ ਕਹਿ ਦਈਏ ਪਾਰਲੀਮੈਂਟ ਦੇ ਜਿਹੜੇ ਇਲੈਕਸ਼ਨ ਨੇ, ਲੋਕ ਸਭਾ ਦੇ, ਹਨਾ, ਲੋਕ ਸਭਾ ਦੀਆਂ ਚੋਣਾਂ ਹੋ ਗਈਆਂ, ਠੀਕ ਹੈ। ਇਹ ਸਾਰੀਆਂ ਜਿਹੜੀਆਂ ਸੰਸਦ ਦੀਆਂ ਚੋਣਾਂ ਹੋ ਗਈਆਂ, ਪਾਰਲੀਮੈਂਟ ਦੀਆਂ ਚੋਣਾਂ ਹੋ ਗਈਆਂ, ਇਹ ਕਰਾਊਗਾ। ਤੇ ਨਾਲ ਹੀ ਜਿਹੜੀਆਂ ਰਾਜ ਦੀਆਂ ਵਿਧਾਨ ਸਭਾਵਾਂ ਹੈਗੀਆਂ ਨੇ, ਰਾਜ ਵਿਧਾਨ ਸਭਾਵਾਂ, ठीक है। काफी बच्चों ਨੂੰ ਇੱਥੇ ਕਨਫਿਊਜ਼ਨ ਹੋ ਜਾਂਦੀ ਹੈ ਕਿ ਸ਼ਾਇਦ ਰਾਜ ਵਿਧਾਨ ਸਭਾਵਾਂ ਦੀਆਂ ਚੋਣਾਂ ਜਿਹੜੀਆਂ ਹੈਗੀਆਂ ਉਹ ਰਾਜ ਚੋਣ ਆਯੋਗ ਕਰਾਉਂਦਾ ਹੋਊਗਾ। ਨਹੀਂ, ਰਾਜ ਚੋਣ ਆਯੋਗ ਜਿਹੜੀਆਂ ਹੈਗੀਆਂ ਲੋਕਲ ਗਵਰਨਮੈਂਟ, ਲੋਕਲ ਸੈਲਫ ਗਵਰਨਮੈਂਟ, ਜੋ ਆਪਾਂ ਕਹਿ ਦਈਏ ਪੰਚਾਇਤਾਂ ਹੋ ਗਈਆਂ, ਮਿਊਨਿਸਪੈਲਿਟੀਜ਼ ਹੋ ਗਈਆਂ, ਉਹਨਾਂ ਦੀਆਂ ਜ਼ਰੂਰ ਸਟੇਟ ਇਲੈਕਸ਼ਨ ਕਮਿਸ਼ਨਰ ਕਰਵਾਊਗਾ। ਠੀਕ ਹੈ, ਉਹ ਸਟੇਟ ਇਲੈਕਸ਼ਨ ਕਮਿਸ਼ਨ ਦੇ ਅੰਡਰ ਹੋਣਗੇ। ਬਟ ਜਿਹੜੇ ਇਹ ਪ੍ਰਮੁੱਖ ਚਾਰ ਹੈਗੇ ਨੇ, ਇਹ 'ਚ ਮੇਨ ਧਿਆਨ ਰੱਖਣਾ ਵਿਧਾਨ ਸਭਾ ਦੀ, ਤਾਂ ਰਾਜ ਵਿਧਾਨ ਸਭਾਵਾਂ ਦੀਆਂ ਚੋਣਾਂ ਵੀ ਜਿਹੜੀ ਹੈਗਾ ਕੇਂਦਰੀ ਚੋਣ ਆਯੋਗ ਦੇ ਦੁਆਰਾ ਕਰਵਾਈਆਂ ਜਾਂਦੀਆਂ। ਤਾਂ ਦੇਖੋ ਸੰਸਦ ਤੇ ਰਾਜ ਵਿਧਾਨ ਸਭਾਵਾਂ ਦੀਆਂ ਚੋਣਾਂ ਫਿਰ ਕੌਣ ਕਰਾਉਂਦਾ ਹੈਗਾ, ਤਾਂ ਸਾਡਾ ਆਨਸਰ ਕੀ ਬਣੂਗਾ, ਭਾਰਤੀ ਚੋਣ ਆਯੋਗ, ਜਾਨੀ ਕਿ ਇੰਡੀਅਨ ਇਲੈਕਸ਼ਨ ਕਮਿਸ਼ਨ। ਠੀਕ ਹੈ, ਜਿਹਦਾ ਗਠਨ ਕਦੋਂ ਹੋਇਆ, 1950 ਦੇ ਵਿੱਚ ਹੋਇਆ। ਕਿਹੜੇ ਆਰਟੀਕਲ ਦੇ ਅੰਡਰ ਹੋਇਆ, 324 ਦੇ ਅੰਡਰ ਹੋਇਆ। ਮੌਜੂਦਾ ਕਿੰਨੀ ਮੈਂਬਰੀ ਹੈਗੀ ਆ, 3 ਮੈਂਬਰੀ। ਠੀਕ ਹੈ ਜੀ। बेटा सारे क्वेश्चन पॉसिबल नहीं होंगे है ना, तो मैं बहुता नहीं करा सकूंगी इतने, जिन्ने क्वेश्चन टाइम के अकॉर्डिंग डिस्कस होंदे हुए मैं उन्ने क्वेश्चन इतने डिस्कस कर दूंगी। बाकी तुहानू कोर्स दे विच मेरे वालों तुहानू पता ही है एलैबोरेट है ना प्रोवाइड हो रहे हैं, तो तुसी उत्थों कर सकते हो। नैक्सट क्वेश्चन है बेटा अपने को, चोण आयोग दे मैंबरां दी नियुक्ति कौन करता। तो चोण आयोग दी जिहड़ा गठन हैगा मैं ऑलरेडी दस चुकी हाँ, 324 आर्टिकल। ठीक है, एस्टैबलिशमेंट कदों हुंदी है, 25 जनवरी 1950 ਦੇ ਵਿੱਚ। ਠੀਕ ਹੈ, ਤਾਂ ਚੋਣ ਆਯੋਗ ਦੇ ਮੈਂਬਰਾਂ ਦੀ ਨਿਯੁਕਤੀ ਸਾਰੀ, ਕਿਉਂਕਿ ਸੈਂਟਰ ਆ, ਤਾਂ ਸੈਂਟਰ ਦੀ ਜਿਹੜੇ ਮੈਂਬਰ ਹੈਗੇ ਨੇ ਉਹਨਾਂ ਦੀ ਨਿਯੁਕਤੀ ਕੌਣ ਕਰੂਗਾ, ਰਾਸ਼ਟਰਪਤੀ ਦੇ ਦੁਆਰਾ ਹੀ ਦੀ ਨਿਯੁਕਤੀ ਕੀਤੀ ਜਾਊਗੀ। ਜੇ ਪੁੱਛਣ ਇਹਨਾਂ ਦੇ ਮੈਂਬਰ ਜਿਹੜੇ ਹੈਗੇ ਨੇ ਉਹ ਸਹੁੰ ਕਿਹਦੇ ਅੱਗੇ ਚੁੱਕਦੇ ਆ, ਜਾਨੀ ਓਥ ਕਿਹਦੇ ਅੱਗੇ ਲਾਉਂਦੇ ਆ, ਤਾਂ ਉਹ ਵੀ ਸਾਡਾ ਕੌਣ ਆਨਸਰ ਹੋਊਗਾ, ਰਾਸ਼ਟਰਪਤੀ। ਜੇ ਪੁੱਛਣ ਕਿ ਰਿਜ਼ਾਈਨ ਕਿਹਨੂੰ ਦਿੰਦੇ ਆ, ਠੀਕ ਹੈ, ਰਿਜ਼ਾਈਨ ਆਪਣਾ ਅਸਤੀਫਾ ਕਿਹਨੂੰ ਦੇਣਗੇ, ਤਾਂ ਅਸਤੀਫਾ ਵੀ ਸੈਂਟਰ ਦੇ ਜਿਹੜੇ ਚੋਣ ਆਯੋਗ ਹੈਗਾ ਉਹਦੇ ਮੈਂਬਰ ਕਿਹਨੂੰ ਦੇਣਗੇ, ਰਾਸ਼ਟਰਪਤੀ ਨੂੰ। ਤੇ ਨਾਲ ਹੀ ਕਈ ਵਾਰ ਪੁੱਛ ਲਿਆ ਜਾਂਦਾ ਕਿ ਇਹਨਾਂ ਨੂੰ ਰਿਮੂਵ ਕੌਣ ਕਰ ਸਕਦਾ, ਤਾਂ ਰਿਮੂਵ ਇਹਨਾਂ ਨੂੰ ਕਰ ਸਕਦੀ ਹੈਗੀ ਆ ਸੰਸਦ। ਠੀਕ ਹੈ ਜੀ, ਪਾਰਲੀਮੈਂਟ। ਤਾਂ ਸਾਡੀ ਪਾਰਲੀਮੈਂਟ ਜਿਹੜੀ ਹੈਗੀ ਆ ਉਹ ਇਹਨਾਂ ਨੂੰ ਰਿਮੂਵ ਕਰ ਸਕਦੀ ਆ। ਉਸੇ ਪ੍ਰੋਸੈਸ ਦੇ ਨਾਲ ਜਿਵੇਂ ਆਪਾਂ ਇੰਪੀਚਮੈਂਟ ਪ੍ਰੋਸੈਸ ਲਾਉਣੇ ਹੈਗੇ ਆ ਸੁਪਰੀਮ ਕੋਰਟ ਦੇ ਜੱਜਾਂ ਦੇ ਲਈ। ਠੀਕ ਹੈ ਜੀ, ਤਾਂ ਸੇਮ ਪ੍ਰੋਸੈਸ ਆ ਜਿਹੜੀ ਉਹ ਇੱਥੇ ਅਡਾਪਟ ਕੀਤੀ ਜਾਂਦੀ ਆ। ਨੈਕਸਟ ਕੁਐਸਚਨ ਆ ਬੇਟਾ ਆਪਣੇ ਕੋਲ, संविधान दे विच चोण आयोग की व्यवस्था है, तो ऑलरेडी मैं दस चुकी हाँ। वैसे साडा जिहड़ा आर्टिकल हैगे ने 324 तो लैके 329 तक ये सारे आर्टिकल चोणां दे नाल डील करते हैं। बट चोण आयोग जानी कि इलैक्शन कमिशन दे नाल रिलेटेड जिहड़ा साडा मेन आर्टिकल बनता हैगा वो किहड़ा है जी, आर्टिकल 324। इत्थे ध्यान दे विच रखियो बेटा, इस आर्टिकल दे विच असीं कहिए संविधान दे विच जिहड़ा है जजां दा कार्यकाल नहीं दस्सिया गया। ठीक है, कार्यकाल नहीं दस्सिया गया, क्वेश्चन भी काफी बार पूछ लिया जाता। संविधान दे विच कार्यकाल नहीं दस्सिया गया, बट जिहड़े चोण आयोग दे मैंबर हैगे ने उन्हां दा कार्यकाल 6 साल तक निश्चित किया गया हैगा ते 65 साल तक का। ठीक है, केंद्र दे जिहड़ा साडे कोल मुख चोण भारती चोण कमिशन हैगा तो उहदे 6 साल ते 65 साल आ। सेम ही जे राज्यां दा पुछ लैण तां इत्थे 62 साल उम्र हो जूगी। वैसे कार्यकाल आ जिहड़ा वो 6 साल आ, बट रिटायरमेंट एज जिहड़ी हो जूगी वो राज दे विच किन्नी हो जांदी है, 62 साल, ते सेंटर दे विच किन्नी हो जांदी हैगी है जी साडे कोल 65 साल रिटायरमेंट दी एज इन्हां दी। ठीक है जी। नैक्सट क्वेश्चन है बेटा अपने कोल, राष्ट्रपति दियां चोणां दा निपटारा कौन करदा हैगा। तो ये भी साडे कई बार दिमाग दे विच आउंदा कि जिहड़ियां राष्ट्रपति दियां चोणां हैगियां कराउंदा कौन हैगा जी, कराउंदा हैगा साडा इलैक्शन कमिशन। तो साडे दिमाग दे विच फिर यही आउंदा कि जे इन्हां दी इलैक्शनां दे नाल रिलेटेड कोई झगड़ा हुंदा होगा तो वो भी फिर कौन सॉल्व करदा होना, इलैक्शन कमिशन। बट ये हैगा रॉन्ग आंसर। ठीक है, साडे लई जिहड़ा इत्थे आंसर बनदा हैगा कि राष्ट्रपति दियां चोणां दा जिहड़ा निपटारा हैगा वो कौन करदी हैगी, सुप्रीम कोर्ट। देखो बेटा आर्टिकल 71, ठीक है, आर्टिकल 71 जिहड़ा हैगा उहदे च दस्सिया गया कि जिहड़ा साडे कोल राष्ट्रपति है ते नाल ही 71(1) दे विच भी दस्सिया गया हैगा कि उप राष्ट्रपति। ठीक है, दो बंदे राष्ट्रपति ते उप राष्ट्रपति दोनों दियां जे इलैक्शन हुंदे ने, ठीक है, प्रेजिडेंट
ਐਂਡ ਵਾਈਸ ਪ੍ਰੈਜ਼ੀਡੈਂਟ, ਦੋਨਾਂ ਦੇ ਇਲੈਕਸ਼ਨਾਂ ਦੇ ਨਾਲ ਰਿਲੇਟਡ ਜੋ ਵੀ ਝਗੜਾ ਹੋਊਗਾ, ਚੋਣਾਂ ਦੇ ਨਾਲ ਰਿਲੇਟਡ ਝਗੜਾ ਹੋਊਗਾ, ਉਹਨੂੰ ਸੋਲਵ ਕੌਣ ਕਰੂਗੀ? ਸਾਡੀ ਸੁਪਰੀਮ ਕੋਰਟ। ਠੀਕ ਹੈ ਜੀ। ਨੈਕਸਟ ਕੁਐਸਚਨ ਆਪਣੇ ਕੋਲ ਬੇਟਾ ਜੀ, ਕਿਹੜੀ ਜ਼ਿੰਮੇਵਾਰੀ ਚੋਣ ਆਯੋਗ ਦੀ ਨਹੀਂ ਆ? ਤਾਂ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਮੇਨ ਜ਼ਿੰਮੇਵਾਰੀਆਂ ਹੈਗੀਆਂ ਉਹ ਬਹੁਤ ਸਾਰੀਆਂ ਨੇ, ਜਿਹੜੀਆਂ ਮੈਂ ਤੁਹਾਨੂੰ ਇਲੈਕਸ਼ਨ ਪ੍ਰੋਸੀਜਰ ਦੇ ਅੰਡਰ ਕਰਾ ਚੁੱਕੀ ਹਾਂ, ਕਿ ਚੋਣ ਖੇਤਰ ਡਿਸਾਈਡ ਕਰਨੇ ਹੋਗੇ, मतदाता ਦੀਆਂ ਸੂਚੀਆਂ ਤਿਆਰ ਕਰਨੀਆਂ ਹੋ ਗਈਆਂ, ਨਾਮਜ਼ਦਗੀ ਪੱਤਰ ਭਰਨੇ ਹੋ ਗਏ, ਜ਼ਮਾਨਤ ਦੀ ਰਕਮ ਰੱਦ ਕਰਨੀ ਹੋਗੀ, ਹਨਾ, ਜਾਂ ਜਿਹੜੇ ਨਾਮਜ਼ਦਗੀ ਪੱਤਰ ਹੈ ਉਹਨਾਂ ਦੀ ਜਾਂਚ ਪੜਤਾਲ ਕਰਨਾ, ਚੋਣ ਮੁਹਿੰਮ, ਚੋਣਾਂ ਨੂੰ ਮੁਲਤਵੀ ਕਰਨਾ, ਚੋਣ ਦਿਵਸ ਡਿਸਾਈਡ ਕਰਨਾ, ਹਨਾ, ਬੈਲਟ ਪੇਪਰਸ ਦੀ ਜਿੰਨੇ ਵੀ ਰੂਲ ਹੈਗੇ ਨੇ ਉਹ ਸਾਰੇ ਚੋਣ ਆਯੋਗ ਦੇ ਦੁਆਰਾ ਨਿਸ਼ਚਿਤ ਕੀਤੇ ਜਾਂਦੇ ਨੇ। ਬਟ ਇੱਥੇ ਅਸੀਂ ਅਕੋਰਡਿੰਗ ਟੂ ਆਪਸ਼ਨ ਦੇਖਦੇ ਹਾਂ, ਇੱਥੇ ਚੋਣ ਆਯੋਗ ਮਤਲਬ ਸੈਂਟਰ ਦੀ ਹੀ ਗੱਲ ਚੱਲ ਰਹੀ ਹੈ। ਠੀਕ ਹੈ, ਸੈਂਟਰਲ ਚੋਣ ਆਯੋਗ ਦੀ ਗੱਲ ਚੱਲ ਰਹੀ ਹੈ। ਤਾਂ ਚੋਣਾਂ ਕਰਾਉਣੀਆਂ ਬਿਲਕੁਲ ਸਹੀ ਆ, ਜ਼ਿੰਮੇਵਾਰੀ ਹੈ ਇਹਦੀ। ਚੋਣਾਂ ਦੀ ਨਿਗਰਾਨੀ ਕਰਨੀ, ਸੁਪਰਵਾਈਜ਼ਨ ਕਰਨੀ ਇਹ ਵੀ ਹੈ। ਡਾਇਰੈਕਟ ਇਲੈਕਸ਼ਨ ਕਿਹੜੇ ਹੈਗੇ ਆ? ਜਿਵੇਂ ਲੋਕ ਸਭਾ ਦੇ ਇਲੈਕਸ਼ਨ ਹੋ ਗਏ ਜਾਂ ਰਾਜ ਵਿਧਾਨ ਸਭਾਵਾਂ ਦੇ ਇਲੈਕਸ਼ਨ ਹੋ ਗਏ। ਮੈਂ ਤੁਹਾਨੂੰ ਸਭ ਕੁਝ ਕਰਾ ਚੁੱਕੀ ਹਾਂ ਕਿ ਡਾਇਰੈਕਟ ਇਲੈਕਸ਼ਨ ਕਿਹੜੇ ਕਿਹੜੇ ਹੁੰਦੇ ਆ, ਇਨਡਾਇਰੈਕਟ ਇਲੈਕਸ਼ਨ ਕਿਹੜੇ ਹੁੰਦੇ ਆ, ਹਨਾ, ਤੇ ਸਾਰੀਆਂ ਚੋਣਾਂ ਵੀ ਇਹਦੇ ਦੁਆਰਾ ਕਰਾਈਆਂ ਜਾਂਦੀਆਂ। ਬਟ ਸਥਾਨਕ ਚੋਣਾਂ ਦੀ ਕਾਰਵਾਈ, ਸਥਾਨਕ ਚੋਣਾਂ ਦਾ ਮਤਲਬ ਇੱਥੇ ਬੇਟਾ ਹੈ ਲੋਕਲ ਸੈਲਫ ਗਵਰਨਮੈਂਟ। ਲੋਕਲ ਸੈਲਫ ਗਵਰਨਮੈਂਟ ਦੇ ਵਿੱਚ ਸਾਡੇ ਕੋਲ ਕੌਣ ਆ ਜਾਂਦਾ ਹੈਗਾ? ਪੰਚਾਇਤ। ਠੀਕ ਹੈ, ਪੰਚਾਇਤ ਤੇ ਨਗਰ ਪਾਲਿਕਾ। ਤਾਂ ਇਹਨਾਂ ਦੀਆਂ ਚੋਣਾਂ ਜਿਹੜੀਆਂ ਹੈਗੀਆਂ ਉਹ ਸਾਡਾ ਕੇਂਦਰੀ ਚੋਣ ਆਯੋਗ ਨਹੀਂ ਕਰਾਉਂਦਾ। ਇਹਨਾਂ ਦੀਆਂ ਜਿਹੜੀਆਂ ਚੋਣਾਂ ਹੈਗੀਆਂ ਉਹਨਾਂ ਦੀ ਜ਼ਿੰਮੇਵਾਰੀ ਕਿਹਦੇ ਕੋਲ ਹੁੰਦੀ ਆ? ਰਾਜ ਦੇ ਚੋਣ ਆਯੋਗ, ਰਾਜ ਚੋਣ ਆਯੋਗ ਦੇ ਕੋਲ ਹੁੰਦੀ ਆ। ਠੀਕ ਹੈ, ਕਲੀਅਰ? ਆਨਸਰ ਸਾਡੇ ਕੋਲ ਇੱਥੇ ਬਣ ਜਾਊਗਾ ਸੀ। ਨੈਕਸਟ ਕੁਐਸਚਨ ਹੈ ਬੇਟਾ ਜੀ ਆਪਣੇ ਕੋਲ, ਮੁੱਖ ਚੋਣ ਕਮਿਸ਼ਨ ਦੀ ਨਿਯੁਕਤੀ ਕਿੰਨੇ ਸਮੇਂ ਦੇ ਲਈ ਕੀਤੀ ਜਾਂਦੀ ਹੈ? ਤਾਂ ਮੁੱਖ ਚੋਣ ਕਮਿਸ਼ਨ ਦੀ ਨਿਯੁਕਤੀ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ। ਵੈਸੇ ਨਿਯੁਕਤੀ ਕੌਣ ਕਰਦਾ ਹੈਗਾ ਜੀ? ਸਾਡਾ ਪ੍ਰੈਜ਼ੀਡੈਂਟ। ਠੀਕ ਹੈ, ਪ੍ਰੈਜ਼ੀਡੈਂਟ ਦੇ ਦੁਆਰਾ ਕੀਤੀ ਜਾਂਦੀ ਆ ਤੇ 6 ਸਾਲ ਦੇ ਲਈ ਕੀਤੀ ਜਾਂਦੀ ਹੈ। ਸੰਵਿਧਾਨਿਕ ਨਹੀਂ ਹੈ, ਸੰਵਿਧਾਨ ਦੇ ਵਿੱਚ ਦਰਜ ਨਹੀਂ ਆ ਕਿ 6 ਸਾਲ ਤੱਕ ਕੀਤੀ ਜਾਊਗੀ। ਬਟ ਰਿਟਾਇਰਮੈਂਟ ਏਜ ਜੇ ਪੁੱਛਣ ਤਾਂ ਇਹਨਾਂ ਦੀ ਕਿੰਨੀ ਹੋਊਗੀ ਜੀ? ਰਿਟਾਇਰਮੈਂਟ ਏਜ ਹੈਗੀ ਆ 65 ਸਾਲ ਤੱਕ। ਠੀਕ ਹੈ, ਤਾਂ ਕਈ ਵਾਰ ਦਿੱਤਾ ਹੁੰਦਾ 6 ਸਾਲ, 6 ਸਾਲ ਮਤਲਬ ਵੱਧ ਤੋਂ ਵੱਧ 6 ਸਾਲ ਤੱਕ ਰਹਿ ਸਕਦਾ, ਤੇ ਰਿਟਾਇਰਮੈਂਟ ਏਜ ਹੋਊਗੀ 65 ਸਾਲ। ਇਹਨਾਂ ਦੇ ਵਿੱਚੋਂ ਜਿਹੜੀ ਸ਼ਰਤ ਵੀ ਪਹਿਲਾਂ ਪੂਰੀ ਹੋ ਜੂਗੀ ਉਹਦੇ ਅਕੋਰਡਿੰਗ ਹੀ ਇਹ ਪਰਸਨ ਆਪਣਾ ਅਹੁਦਾ ਛੱਡ ਦੂਗਾ। ਠੀਕ ਹੈ ਜੀ। ਤਾਂ ਮੁੱਖ ਚੋਣ ਕਮਿਸ਼ਨ ਦੀ ਜਿਹੜੀ ਨਿਯੁਕਤੀ ਹੈਗੀ ਆ ਉਹ 6 ਸਾਲ ਦੇ ਲਈ ਜਾਂ ਫਿਰ ਆਪਸ਼ਨ ਦੇ ਵਿੱਚ ਹੋਊਗਾ 65 ਸਾਲ ਤੱਕ ਹੋ ਸਕਦੀ ਹੈ। ਠੀਕ ਹੈ ਜੀ। ਨੈਕਸਟ ਕੁਐਸਚਨ ਆਪਣੇ ਕੋਲ, ਵੋਟਰ ਦਿਵਸ ਕਦੋਂ ਮਨਾਇਆ ਜਾਂਦਾ? ਤਾਂ ਵੋਟਰ ਦਿਵਸ ਕਦੋਂ ਮਨਾਇਆ ਜਾਂਦਾ ਹੈਗਾ ਜੀ? ਜਦੋਂ ਇਹਦੀ ਸਥਾਪਨਾ ਹੋਈ ਸੀ। ਕਾਦੀ ਸਥਾਪਨਾ ਹੋਈ ਸੀ? ਸਾਡੇ ਕੋਲ ਚੋਣ ਆਯੋਗ ਦੀ। ਤਾਂ ਜਦੋਂ ਸਾਡੇ ਕੋਲ ਚੋਣ ਆਯੋਗ ਜਾਨੀ ਕਿ ਜਦੋਂ ਸਾਡੇ ਕੋਲ ਇਲੈਕਸ਼ਨ ਕਮਿਸ਼ਨ ਦੀ ਸਥਾਪਨਾ ਹੋਈ ਸੀ, ਕਦੋਂ ਹੋਈ ਸੀ? 25 ਜਨਵਰੀ 1950 ਨੂੰ। ਤਾਂ ਇਸ ਕਰਕੇ ਸਾਡੇ ਕੋਲ ਜਿਹੜੀ 25 ਜਨਵਰੀ ਦੀ ਤਰੀਕ ਹੈ ਇਹਨੂੰ ਅਸੀਂ ਕਿਹੜੇ ਦਿਨ ਦੇ ਤੌਰ ਤੇ ਸੈਲੀਬ੍ਰੇਟ ਕਰਦੇ ਹੈਗੇ ਆ? ਵੋਟਰਸ ਡੇ। ਠੀਕ ਹੈ, ਵੋਟਰਸ ਡੇ। ਤਾਂ ਤਰੀਕ ਸਾਡੇ ਕੋਲ ਆ ਗਈ 25 ਜਨਵਰੀ। ਠੀਕ ਹੈ, ਤਾਂ 25 ਜਨਵਰੀ ਨੂੰ ਕੀ ਮਨਾਇਆ ਜਾਂਦਾ ਹੈਗਾ ਜੀ? ਵੋਟਰ ਦਿਵਸ। ਭਾਰਤ ਹੁਣ ਵੰਡਿਆ ਹੋਇਆ ਹੈ। ਭਾਰਤ ਹੁਣ ਵੰਡਿਆ ਹੋਇਆ ਦਾ ਇੱਥੇ ਮਤਲਬ ਹੈਗਾ, ਆਪਸ਼ਨਸ ਦੇ ਹਿਸਾਬ ਨਾਲ ਦੇਖੋ ਤਾਂ ਤੁਹਾਨੂੰ ਲੱਗੂਗਾ ਕਿ 500 ਦੀ ਗੱਲ ਚੱਲ ਰਹੀ ਹੈ। ਇਹਦਾ ਮਤਲਬ ਲੋਕ ਸਭਾ ਦੇ ਨਾਲ ਰਿਲੇਟ ਕਰਦਾ ਇਹ ਕੋਈ ਕੁਐਸਚਨ ਹੋਊਗਾ, ਹਨਾ। ਚੋਣ ਖੇਤਰ ਆ ਅਸਲ ਦੇ ਵਿੱਚ ਭਾਰਤ ਕਿਹੜੇ ਕਿੰਨੇ ਚੋਣ ਖੇਤਰਾਂ ਦੇ ਵਿੱਚ ਵੰਡਿਆ ਹੋਇਆ ਇਹ ਮਤਲਬ ਆ, ਹਨਾ। ਲੋਕ ਸਭਾ ਦੇ ਹਿਸਾਬ ਨਾਲ ਕਿੰਨੀਆਂ ਕਨਸਟੀਟਿਊਂਸੀਜ਼ ਦੇ ਵਿੱਚ ਵੰਡਿਆ ਹੋਇਆ, ਸਾਡੇ ਕੋਲ ਮੇਨ ਕੁਐਸਚਨ ਇਹ ਬਣਦਾ ਕਿੰਨੀਆਂ ਕਨਸਟੀਟਿਊਂਸੀਜ਼ ਦੇ ਵਿੱਚ ਵੰਡਿਆ ਹੋਇਆ, ਹਨਾ। ਜਿਵੇਂ ਜੇ ਹੁਣ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜੋ ਇਲੈਕਸ਼ਨ ਨੇ, ਹਨਾ, ਐਮਐਲਏ ਦੇ ਜੋ ਇਲੈਕਸ਼ਨ ਹੁੰਦੇ ਨੇ ਉਹ ਕਿੰਨੀਆਂ ਕਨਸਟੀਟਿਊਂਸੀਜ਼ ਦੇ ਉੱਪਰ ਨੇ? 117 ਦੇ ਉੱਪਰ ਨੇ ਪੰਜਾਬ ਵਿਧਾਨ ਸਭਾ ਦੇ, ਹਨਾ। ਤਾਂ ਜੇ ਪੁੱਛਣ ਕਿ ਪੰਜਾਬ ਕਿੰਨੇ ਜਿਹੜੀਆਂ ਕਨਸਟੀਟਿਊਂਸੀਜ਼ ਦੇ ਵਿੱਚ ਵੰਡਿਆ ਹੋਇਆ ਤਾਂ ਉਹਨੂੰ ਅਸੀਂ ਕੀ ਆਖਾਂਗੇ? 117 ਦੇ ਵਿੱਚ। ਤਾਂ ਇੱਥੇ ਭਾਰਤ ਦੀ ਗੱਲ ਕੀਤੀ ਹੋਈ ਹੈ ਕਿ ਭਾਰਤ ਕਿੰਨੀਆਂ ਦੇ ਵਿੱਚ ਵੰਡਿਆ ਹੋਇਆ ਮੌਜੂਦਾ? ਤਾਂ ਮੌਜੂਦਾ ਭਾਰਤ ਵੰਡਿਆ ਹੋਇਆ ਜੀ 543 ਦੇ ਵਿੱਚ। ਠੀਕ ਹੈ, ਵੱਧ ਤੋਂ ਵੱਧ ਜਿਵੇਂ ਅਸੀਂ ਗੱਲ ਕਰਦੇ ਰਹੇ ਹਾਂ ਪਹਿਲਾਂ ਵੀ ਲੋਕ ਸਭਾ ਦੇ ਵਿੱਚ ਕਿ 52 ਹੋ ਸਕਦੀਆਂ, ਹਨਾ। ਬਟ ਕਿਉਂਕਿ ਸਾਡੇ ਕੋਲ 134 ਸੋਧ ਹੋਈ ਤੇ 134 ਸੋਧ ਦੇ ਰਾਹੀਂ ਜਿਹੜੀਆਂ 2 ਐਂਗਲੋ ਇੰਡੀਅਨ ਨਿਯੁਕਤੀਆਂ, ਠੀਕ ਹੈ, 2 ਐਂਗਲੋ ਇੰਡੀਅਨ ਨਾਮਜ਼ਦਗੀਆਂ, ਠੀਕ ਹੈ, ਨਾਮਜ਼ਦਗੀਆਂ ਪ੍ਰੈਜ਼ੀਡੈਂਟ ਕਰਦਾ ਹੁੰਦਾ ਸੀ। ਠੀਕ ਹੈ, ਤੁਹਾਨੂੰ ਯਾਦ ਹੋਊਗਾ ਅਸੀਂ ਜਦੋਂ ਵੀ ਪੜ੍ਹਦੇ ਹਾਂ ਟੌਪਿਕ ਅਲੱਗ ਆ, ਚਲੋ ਮੈਂ ਇੱਥੇ ਫਿਰ ਵੀ ਦੱਸ ਦਿੰਦੀ ਹਾਂ ਕਿ 2 ਐਂਗਲੋ ਇੰਡੀਅਨ, ਠੀਕ ਹੈ, 2 ਐਂਗਲੋ ਇੰਡੀਅਨ ਬੰਦਿਆਂ ਦੀ ਨਿਯੁਕਤੀ ਕਰਦਾ ਸੀਗਾ ਸਾਡਾ ਰਾਸ਼ਟਰਪਤੀ। ਕਾਹਦੇ ਚ? ਲੋਕ ਸਭਾ ਦੇ ਵਿੱਚ। ਤਾਂ ਉਹ ਲੋਕ ਸਭਾ ਦੇ ਵਿੱਚ ਜਿਹੜੇ 2 ਐਂਗਲੋ ਇੰਡੀਅਨ ਚੁਣੇ ਜਾਂਦੇ ਸੀ ਉਹ ਕੀ ਆ? ਹੁਣ ਖਤਮ। 134 ਸੋਧ ਦੇ ਰਾਹੀਂ ਇਹ 2 ਬੰਦੇ ਨਹੀਂ ਚੁਣੇ ਜਾਣਗੇ, ਹਨਾ। ਇਹ ਸੀਗਾ 152 ਦੇ ਹਿਸਾਬ ਨਾਲ ਉਤਲੀਆਂ 2 ਚੱਕ ਕੇ। ਬਟ ਜੇ ਅਸੀਂ ਕਰੰਟ ਕੰਡੀਸ਼ਨ ਦੀ ਗੱਲ ਕਰਦੇ ਵੀ ਸੀ ਤਾਂ ਅਸੀਂ ਆਖਦੇ ਸੀ ਕਿ ਮੌਜੂਦਾ ਸਾਡੇ ਕੋਲ 545 ਦੇ ਉੱਪਰ ਜਿਹੜੀਆਂ ਚੋਣਾਂ ਹੁੰਦੀਆਂ ਨੇ, ਹਨਾ। ਤੇ ਇਹਦੇ ਵਿੱਚੋਂ 2 ਤਾਂ ਤੁਸੀਂ ਪਹਿਲਾਂ ਹੀ ਆਊਟ ਕਰਤੀਆਂ ਐਂਗਲੋ ਇੰਡੀਅਨ,
क्योंकि एंग्लो इंडियन ਜਿਹੜੇ ਹੈਗੇ ਨੇ ਉਹ ਹੁਣ ਰਾਸ਼ਟਰਪਤੀ ਦੇ ਦੁਆਰਾ ਚੁਣੇ ਨਹੀਂ ਜਾਂਦੇ ਲੋਕ ਸਭਾ ਦੇ ਵਿੱਚ, ਹਨਾ। ਤਾਂ ਸਾਡੇ ਕੋਲ ਜਿਹੜੀਆਂ ਮੌਜੂਦਾ ਭਾਰਤ ਵੰਡਿਆ ਹੋਇਆ 543 ਦੇ ਉੱਪਰ ਵੰਡਿਆ ਹੋਇਆ, ਜਿਹਦੇ ਵਿੱਚੋਂ 13 ਜਿਹੜੀਆਂ ਹੈਗੀਆਂ ਨੇ ਉਹ ਯੂਨੀਅਨ ਟੈਰੀਟਰੀਜ਼ ਦੇ ਵਿੱਚੋਂ ਨੇ ਤੇ ਬਾਕੀ ਜੋ ਬਚੀਆਂ ਉਹ ਕਿੱਥੋਂ ਨੇ ਜੀ, ਸਾਡੇ ਕੋਲੋਂ ਸਟੇਟਸ ਦੇ ਵਿੱਚੋਂ ਨੇ। ਠੀਕ ਹੈ, ਤਾਂ ਭਾਰਤ ਜਿਹੜਾ ਹੈ ਉਹ ਮੌਜੂਦਾ 543 ਚੋਣ ਖੇਤਰਾਂ ਦੇ ਵਿੱਚ ਡਿਵਾਈਡ ਹੋਇਆ ਹੈ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਬੇਟਾ ਜੀ ਆਪਣੇ ਕੋਲ, ਦਿੱਲੀ ਦੇ ਵਿੱਚ ਕਿੰਨੇ ਚੋਣ ਸਭਾ ਲੋਕ ਸਭਾ ਚੋਣ ਖੇਤਰ ਹਨ। ਬਸ ਮੈਂ ਲਾਸਟ ਕੁਐਸਚਨ ਇੱਥੇ ਡਿਸਕਸ ਕਰੂੰਗੀ, ਉਸ ਤੋਂ ਬਾਅਦ ਮੇਰੇ ਵੱਲੋਂ ਇਹ ਖਤਮ ਹੋ ਜਾਊਗਾ ਨਾ। ਜਿਹੜੇ ਤੁਹਾਡੇ ਬਾਕੀ MCQ ਨੇ ਤੁਹਾਨੂੰ ਕੋਰਸ ਦੇ ਵਿੱਚ ਪ੍ਰੋਵਾਈਡ ਹੋ ਜਾਣਗੇ। ਤਾਂ ਦਿੱਲੀ ਦੇ ਵਿੱਚ ਕਿੰਨੇ ਲੋਕ ਸਭਾ ਚੋਣ ਖੇਤਰ ਹਨ? ਤਾਂ ਦਿੱਲੀ ਦੇ ਵਿੱਚ ਬੇਟਾ ਮੌਜੂਦਾ ਜੇ ਅਸੀਂ ਗੱਲ ਕਰੀਏ ਤਾਂ ਲੋਕ ਸਭਾ ਚੋਣ ਖੇਤਰ ਕਿੰਨੇ ਹੈਗੇ ਨੇ? 7। ਠੀਕ ਹੈ, ਲੋਕ ਸਭਾ ਦੇ ਚੋਣ ਖੇਤਰ ਕਿੰਨੇ ਨੇ? ਦਿੱਲੀ ਦੇ ਵਿੱਚ 7। ਮਤਲਬ ਕਿ ਲੋਕ ਸਭਾ ਸੀਟਾਂ ਕਿੰਨੀਆਂ ਨੇ? ਤਾਂ ਇੱਥੇ ਮੈਂ ਦੋਵਾਂ ਦੇ ਵਿੱਚੋਂ ਅਕਸਰ ਕੁਐਸਚਨ ਪੁੱਛ ਰਿਹਾ ਜਾਂਦਾ, UTs ਦੇ ਵਿੱਚੋਂ ਜੰਮੂ ਕਸ਼ਮੀਰ ਤੇ ਦਿੱਲੀ। ਠੀਕ ਹੈ, ਜੰਮੂ ਕਸ਼ਮੀਰ ਤੇ ਦਿੱਲੀ ਦੋਨਾਂ ਦਾ ਜੇ ਮੈਂ ਡਿਸਕਸ ਕਰਾਂ ਬੇਟਾ, ਜੇ ਮੈਂ ਲੋਕ ਸਭਾ ਸੀਟਾਂ ਦੀ ਗੱਲ ਕਰਾਂ ਹਨਾ, ਲੋਕ ਸਭਾ, ਤਾਂ ਜੰਮੂ ਕਸ਼ਮੀਰ ਦੇ ਵਿੱਚ ਲੋਕ ਸਭਾ ਸੀਟਾਂ ਕਿੰਨੀਆਂ ਨੇ? ਜੰਮੂ ਕਸ਼ਮੀਰ ਦੀਆਂ 5। ਠੀਕ ਹੈ, ਦਿੱਲੀ ਦੀਆਂ ਲੋਕ ਸਭਾ ਸੀਟਾਂ ਨੇ 7। ਠੀਕ ਹੈ, ਜੇ ਬੇਟਾ ਮੈਂ ਗੱਲ ਕਰਾਂ ਰਾਜ ਸਭਾ ਦੇ ਵਿੱਚ, ਠੀਕ ਹੈ, ਤਾਂ ਰਾਜ ਸਭਾ ਦੇ ਵਿੱਚ ਜੰਮੂ ਕਸ਼ਮੀਰ ਦੀਆਂ ਸੀਟਾਂ ਨੇ 4। ਠੀਕ ਹੈ, ਤੇ ਦਿੱਲੀ ਦੀਆਂ ਸੀਟਾਂ ਨੇ 3। ਠੀਕ ਹੈ ਜੀ। ਉਸ ਤੋਂ ਬਾਅਦ ਬੇਟਾ ਜੇ ਆਪਾਂ ਗੱਲ ਕਰੀਏ ਲੈਜਿਸਲੇਟਿਵ ਅਸੈਂਬਲੀ ਦੀ, ਹਨਾ, ਵਿਧਾਨ ਸਭਾ ਦੀ, ਤਾਂ ਇੱਥੇ ਵਿਧਾਨ ਸਭਾਵਾਂ ਵੀ ਨੇ, ਮਤਲਬ ਜੰਮੂ ਕਸ਼ਮੀਰ ਦੇ ਵਿੱਚ ਡਿਕਲੇਅਰਸ ਨਹੀਂ ਹੈਗੀ ਬਟ ਫਿਰ ਵੀ ਸੀਟਸ ਹੈਗੀਆਂ ਨੇ, ਹਨਾ। ਤਾਂ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਹੈਗੀਆਂ ਨੇ ਉਹ 114 ਵਿਧਾਨ ਸਭਾ ਸੀਟਾਂ ਨੇ ਤੇ ਦਿੱਲੀ ਦੇ ਵਿੱਚ ਨੇ 70 ਵਿਧਾਨ ਸਭਾ ਸੀਟਾਂ। ਠੀਕ ਹੈ, ਤਾਂ ਇੰਨਾ ਕੁ ਤੁਹਾਨੂੰ ਕਲੀਅਰ ਹੋਣਾ ਵੀ ਇੱਥੇ ਇੰਪੋਰਟੈਂਟ ਹੋ ਜਾਂਦਾ। ਕਈ ਵਾਰ ਕਾਮਨ ਹੀ ਇਹਨਾਂ ਦੇ ਵਿੱਚੋਂ ਕੁਐਸਚਨ ਪੁੱਛ ਲਏ ਜਾਂਦੇ ਆ, ਸਭ ਤੋਂ ਵੱਧ ਲੋਕ ਸਭਾ ਸੀਟਾਂ ਕਿੱਥੇ ਨੇ, ਸਭ ਤੋਂ ਘੱਟ ਲੋਕ ਸਭਾ ਸੀਟਾਂ ਕਿਹੜੀਆਂ ਨੇ, ਹਨਾ। ਤਾਂ ਇਸ ਤਰੀਕੇ ਦੇ ਕੁਐਸਚਨ ਵੀ ਜਿਹੜੇ ਹੈਗੇ ਨੇ ਉਹ UTs ਦੇ ਵਿੱਚੋਂ ਜਾਂ ਆਪਾਂ ਕਹੀਏ ਰਾਜ ਸਰਕਾਰਾਂ ਦੇ ਵਿੱਚੋਂ ਜਾਂ ਸਟੇਟਾਂ ਦੇ ਵਿੱਚੋਂ ਅਕਸਰ ਪੁੱਛੇ ਜਾਂਦੇ ਨੇ। ਤਿੰਨਾਂ ਦੇ ਵਿੱਚ ਹੀ ਲੋਕ ਸਭਾ, ਰਾਜ ਸਭਾ ਤੇ ਵਿਧਾਨ ਸਭਾ ਦੇ ਵਿੱਚ। ਤਾਂ ਇਲੈਕਸ਼ਨ ਦੀ ਗੱਲ ਚੱਲਦੀ ਹੈ ਤਾਂ ਇਹ ਫਿਰ ਇਲੈਕਸ਼ਨਾਂ ਦੇ ਰਾਹੀਂ ਹੀ ਚੁਣੇ ਜਾਂਦੇ ਆ ਨਾ, ਤਾਂ ਤੁਹਾਨੂੰ ਇਹ ਕਲੀਅਰ ਹੋਣਾ ਜ਼ਰੂਰੀ ਹੈ। ਤਾਂ ਮੈਂ ਇੱਥੇ ਸਿਰਫ UTs ਦੇ ਦੱਸੇ ਆ, ਤਾਂ ਮੈਂ ਰਿਪੀਟ ਕਰ ਦਿੰਦੀ ਹਾਂ। ਜੰਮੂ ਕਸ਼ਮੀਰ ਦੇ ਵਿੱਚ ਲੋਕ ਸਭਾ ਦੀਆਂ ਸੀਟਾਂ ਜਿਹੜੀਆਂ ਹੈਗੀਆਂ ਨੇ ਉਹ 5 ਨੇ, ਦਿੱਲੀ ਦੀਆਂ ਨੇ 7। ਠੀਕ ਹੈ ਜੀ। ਰਾਜ ਸਭਾ ਦੇ ਵਿੱਚ ਜੰਮੂ ਕਸ਼ਮੀਰ ਦੀਆਂ ਸੀਟਾਂ ਨੇ 4 ਤੇ ਲੋਕ ਸਭਾ ਦੀਆਂ ਜਿਹੜੀਆਂ ਦਿੱਲੀ ਦੀਆਂ ਹੈਗੀਆਂ ਨੇ ਉਹ ਹੈਗੀਆਂ ਨੇ 3। ਠੀਕ ਹੈ ਜੀ। ਨਾਲ ਹੀ ਬੇਟਾ ਜੇ ਇਹ ਪੁੱਛਣ ਕਿ ਵਿਧਾਨ ਸਭਾ ਦੀਆਂ ਕਿੰਨੀਆਂ ਨੇ, ਤਾਂ ਜੰਮੂ ਕਸ਼ਮੀਰ ਦੀਆਂ 14 ਤੇ 70 ਹੈਗੀਆਂ ਨੇ ਦਿੱਲੀ ਦੀਆਂ। ਠੀਕ ਹੈ, ਪੰਜਾਬ ਦੀਆਂ ਵੀ ਪੁੱਛ ਲੈਂਦੇ ਹੁੰਦੇ ਆ, ਤਾਂ ਮੈਂ ਇੱਥੇ ਪੰਜਾਬ ਦਾ ਵੀ ਇੱਕ ਵਾਰ ਦੱਸ ਦਿੰਦੀ ਹਾਂ ਲੋਕ ਸਭਾ ਸੀਟਾਂ। ਤਾਂ ਪੰਜਾਬ ਦੀਆਂ ਜਿਹੜੀਆਂ ਲੋਕ ਸਭਾ ਸੀਟਾਂ ਨੇ ਉਹ ਕਿੰਨੀਆਂ ਨੇ? 13, ਹਨਾ। ਇਹ ਵੀ ਤੁਹਾਨੂੰ ਸਭ ਨੂੰ ਕਲੀਅਰ ਹੋਏਗਾ, ਬੇਸਿਕ ਕੁਐਸਚਨ ਆ, ਪੇਪਰ ਦੇ ਵਿੱਚ ਵੀ ਕਾਮਨ ਪੁੱਛਿਆ ਜਾਂਦਾ। ਤੇ ਨਾਲ ਹੀ ਲੋਕ ਸਭਾ ਦੇ ਵਿੱਚ ਕਿੰਨੀਆਂ ਸੀਟਾਂ ਨੇ? 7 ਤੇ ਟੋਟਲ ਜਿਹੜੀਆਂ ਸਾਡੀਆਂ ਕਨਸਟੀਟਿਊਐਂਸੀਜ਼ ਨੇ ਪੰਜਾਬ ਵਿਧਾਨ ਸਭਾ ਦੀਆਂ ਉਹ ਕਿੰਨੀਆਂ ਨੇ? 117। ਠੀਕ ਹੈ ਜੀ। ਤਾਂ ਇਹ ਤੁਹਾਨੂੰ ਕਲੀਅਰ ਹੋਣਾ ਜ਼ਰੂਰੀ ਸੀ। ਇਹ ਮੇਰੇ ਵੱਲੋਂ ਲਾਸਟ ਕੁਐਸਚਨ ਆ, ਬਾਕੀ ਕੁਐਸਚਨ ਤੁਹਾਨੂੰ ਕੋਰਸ ਦੇ ਵਿੱਚ ਪ੍ਰੋਵਾਈਡ ਹੋ ਜਾਣਗੇ। ਹੋਪ ਮੇਰੀਆਂ ਕਲਾਸਿਸ ਤੁਹਾਡੇ ਲਈ ਹੈਲਪਫੁਲ ਹੋ ਰਹੀਆਂ ਹੋਣਗੀਆਂ। ਜੇ ਹੈਲਪਫੁਲ ਹੋ ਰਹੀਆਂ ਨੇ ਤਾਂ ਵੱਧ ਤੋਂ ਵੱਧ ਇਸ ਚੈਨਲ ਨੂੰ ਸ਼ੇਅਰ ਕਰੋ, ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ। ਥੈਂਕ ਯੂ ਸੋ ਮਚ।